गुरु साहिब जीओ। श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा पढ़ना सुनना कर शीर समान। प्रेम समायन पाए लखन सहज स्वरूप को। चख माखन सुखदाए पढ़ना सुनना कर शीर समान। वाहिगुरु जी का खालसा वाहिगुरु जी की फतेह। दीन दयाल भगत वत्सल सतगुरु श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत जागदी जोत। चवर छतर सिंघासन तख्त दे मालक श्री गुरु ग्रंथ साहिब जी महाराज। सतगुरु जी दी साजी नवाजी गुरु प्यारी गुरु सवारी साध संगत जीओ। आप जी बहुत ही कर्मां वाले वड्डियां भागां वाले हो जो कि धन धन श्री गुरु ग्रंथ साहिब महाराज जी दे दर्शन करके अपने इस मनुखा जन्म नूं सफला कर रहे हो। सतगुरु जी दे सोहणे दरबार दीवान सजे हन। बेअंत संगतां ही संध्या दे समय तो हाजरियां भर के गुरु चरनां विच नतमस्तक हो रहीआं हन। सतगुरु जी की धुर की बाणी सच की बाणी दे जाप होए है। आप संगतां ने हाजरियां भरियां दर्शन कीते है। सतगुरु जी दे पावन पवित्र हुक्मनामे सरवण करके लाहा लिया है। इस दे नाल ही जो साहिब सतगुरु गुरु नानक साहिब महाराज जी की लड़ीवार कथा आपां सरवण कर रहे हैं। उस कथा का समा होया है। जिस तरह गुरु गरीब नवाज महाराज सियालकोट नगर विच चले गए। उत्थे जो गुरु जी का सिख भाई मूला रहिंदा सी
ਤੇ ਮਹਾਰਾਜ ਜੀ ਭਾਈ ਬਾਲੇ ਨੂੰ ਲੈ ਕੇ ਉੱਥੇ ਚਲੇ ਗਏ। ਦਰਵਾਜ਼ੇ 'ਤੇ ਜਾ ਕੇ ਜਦੋਂ ਮਹਾਰਾਜ ਦਰਵਾਜ਼ੇ 'ਤੇ ਪਹੁੰਚੇ ਹੈ, ਭਾਈ ਮੂਲੇ ਦੀ ਘਰਵਾਲੀ ਨੇ ਦੇਖਿਆ ਤੇ ਉਸ ਨੇ ਭੱਜ ਕੇ ਜਾ ਕੇ ਆਖਿਆ ਵੀ ਇਹ ਪਤੀ, ਉਹ ਜਿਹੜੇ ਸਾਧ ਤੈਨੂੰ ਪਹਿਲਾਂ ਲੈ ਕੇ ਗਏ ਸੀ ਉਹ ਫੇਰ ਤੇਰੇ ਦੁਆਰੇ 'ਤੇ ਆ ਖੜੋਤੇ ਹੈ। ਤੂੰ ਇੰਝ ਕਰ, ਭੱਜ ਕੇ ਜਾ ਕੇ ਤੇ ਉਹ ਗੀਰੇ ਵਾਲੇ ਕਮਰੇ 'ਚ ਲੁਕ ਜਾ, ਗੀਰੇ 'ਚ ਲੁਕ ਜਾ। ਇਹ ਆਪਣੀ ਘਰਵਾਲੀ ਦੇ ਕਹੇ 'ਤੇ ਜਿਹੜਾ ਪਾਥੀਆਂ ਵਾਲੇ ਗੀਰੇ 'ਚ ਜਾ ਵੜਿਆ। ਉੱਥੇ ਹਨੇਰਾ ਬੜਾ ਸੀ। ਜਦੋਂ ਕਿ ਜਾਣਦਾ ਵੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਸਮਰੱਥ ਹੈ, ਸਭ ਕੁਝ ਜਾਣਦੇ ਹੈ, ਫਿਰ ਵੀ ਉਹ ਘਰਵਾਲੀ ਨੇ ਜੋ ਕਿਹਾ ਤੇ ਇਹਦੀ ਮੱਤ ਮਾਰ ਦਿੱਤੀ। ਇਹ ਜਾ ਕੇ ਲੁਕ ਗਿਆ। ਗੁਰੂ ਸਾਹਿਬ ਜੀ ਨੇ ਦਰਵਾਜ਼ੇ 'ਤੇ ਖੜਿਆ ਹੋ ਕੇ ਕਿਹਾ, ਉਹ ਭਾਈ ਮੂਲੇ, ਭਾਈ ਮੂਲੇ ਕਿੱਥੇ ਆ? ਆਵਾਜ਼ਾਂ ਦਿੱਤੀਆਂ। ਅੱਗੋਂ ਘਰਵਾਲੀ ਨੇ ਕਿਹਾ ਵੀ ਇਹ ਫਕੀਰੋ ਸਾਧੋ, ਜਿਹਨੂੰ ਤੁਸੀਂ ਆਵਾਜ਼ਾਂ ਮਾਰੇ ਉਹ ਨਹੀਂ ਇੱਥੇ ਹੈਗਾ ਘਰ, ਉਹ ਤਾਂ ਕਿਸੇ ਨਗਰ ਵਿੱਚ ਖਾਸ ਹੀ ਕੰਮ ਕਰਨ ਵਾਸਤੇ ਚਲਾ ਗਿਆ ਹੈ। ਯਾਨੀ ਕਿ ਕੋਈ ਸੁਰ ਪਤਾ ਨਹੀਂ ਦਿੱਤਾ ਵੀ ਕਿਸੇ ਪਿੰਡ ਗਿਆ ਹੈ, ਵੀ ਫਲਾਣਾ ਫਲਾਣਾ ਪਿੰਡ ਹੈ, ਗੱਲ ਦਾ ਕੋਈ ਮੂੰਹ ਸਿਰ ਨਹੀਂ, ਕਿਸੇ ਪਿੰਡ ਚਲਾ ਗਿਆ। ਤੇ ਇਹ ਝੂਠ ਬੋਲਿਆ। ਗੁਰੂ ਸਾਹਿਬ ਜੀ ਸਭ ਜਾਣਦੇ ਹੀ ਸਨ। ਮਹਾਰਾਜ ਜੀ ਨੇ ਵੀ ਸੋਚਿਆ ਵੀ ਵੇਖ ਲਓ, ਘਰਵਾਲੀ ਨੇ ਵੀ ਝੂਠ ਮਾਰਿਆ ਤੇ ਮੂਲਾ ਵੀ ਅੰਦਰੇ ਹੀ ਹੈ, ਤੇ ਮਾੜੀ ਗੱਲ ਕੀਤੀ ਝੂਠ ਬੋਲ ਕੇ। ਗੁਰੂ ਸਾਹਿਬ ਜੀ ਨੇ ਕਿਹਾ, ਬੇਮੁਖਾ ਕਰਮਾਂ ਤੋਂ ਹੀਣਿਆ, ਅਸੀਂ ਤੇਰੇ ਘਰ ਚੱਲ ਕੇ ਤੈਨੂੰ ਮਿਲਣ ਵਾਸਤੇ ਆਏ, ਤੂੰ ਘਰਵਾਲੀ ਪਿੱਛੇ ਲੁਕਦਾ ਫਿਰਦਾ ਲੋਗਿਆਂ। ਤੂੰ ਤੇ ਲਿਖਦਾ ਸੀ ਵੀ ਜਿਉਣਾ ਝੂਠ ਮਰਨਾ ਸੱਚ, ਹੁਣ ਘਰ ਛੱਡਣ ਨੂੰ ਜੀ ਨਹੀਂ ਕਰਦਾ ਤੇ ਲੁਕਦਾ ਹੈ। ਉਸ ਵੇਲੇ ਮਹਾਰਾਜ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਿਆ, ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਇਹ ਜਿਹੜੇ ਲੋਭੀ ਪੁਰਸ਼ਾਂ ਬਾਣੀਆਂ ਦੇ ਨਾਲ ਦੋਸਤੀ ਮਿੱਤਰਤਾ ਕਰਨੀ ਹੈ, ਇਹਦੇ ਝੂਠਿਆਂ ਦੇ ਨਾਲ ਰਹਿਣ ਨਾਲ ਝੂਠੀ ਸੋਭਾ ਪਾਈ ਦੀ, ਝੂਠੀ ਇੱਜ਼ਤ ਹੁੰਦੀ ਹੈ। ਮਰਨਾ ਨਾ ਜਾਪੇ ਮੂਲਿਆ, ਹੇ ਮੂਲਿਆ ਤੂੰ ਮਰਨਾ ਜਾਣਿਆ ਹੀ ਨਹੀਂ, ਉੱਕਾ ਹੀ ਕਿ ਕਿਸ ਥਾਂ ਮੌਤ ਆ ਜਾਣੀ, ਭੁਲਾ ਬੈਠਾ ਤੇ ਹੁਣ ਤੂੰ ਲੁਕਦਾ ਹੈ। ਇਹ ਗੁਰੂ ਸਾਹਿਬ ਜੀ ਨੇ ਬਚਨ ਉਚਾਰਿਆ ਤੇ ਕਿਹਾ ਵੀ ਠੀਕ ਹੈ, ਜੇ ਨਹੀਂ ਹੈਗਾ ਤੇ ਫਿਰ ਹੈਗਾ ਹੀ ਨਹੀਂ। ਮਹਾਰਾਜ ਜੀ ਜਦੋਂ ਪਿੱਠ ਦੇ ਕੇ ਚੱਲੇ ਹੀ ਹੈ, ਕਾਲਾ ਨਾਗ ਘੀਰੇ ਵਿੱਚੋਂ ਨਿਕਲਿਆ। ਮੂਲੇ ਜਿਹੜਾ ਮੂਲੇ ਨੂੰ ਡਸ ਦਿੱਤਾ, ਜਦੋਂ ਡਸਿਆ ਫਿਰ ਇਹ ਘੀਰੇ ਵਿੱਚ ਹੀ ਡਿੱਗ ਪਿਆ। ਹਾਏ ਮਰ ਗਿਆ, ਹਾਏ ਮਰ ਗਿਆ ਕਰਦਾ ਬਾਹਰ ਨਿਕਲਿਆ। ਆਉਂਦਿਆਂ ਘਰ ਵਾਲੀ ਨੂੰ ਲੱਗ ਪਿਆ ਫਿਰ ਬੁਰਾ ਭਲਾ ਕਹਿਣ, ਉਹ ਕਰਮਾਂ ਤੋਂ ਹੀਣੀਏ ਮਾੜੀਏ ਇਸਤਰੀਏ, ਅੱਜ ਤੂੰ ਸਿਰ 'ਤੇ ਚੜ੍ਹੀ ਹੋਈ ਆ ਨਾ, ਜਿਹਦੇ ਕਰਕੇ ਅੱਜ ਮੇਰਾ ਜੀਵਨ ਨਾਸ ਕਰ ਦਿੱਤਾ, ਮੈਨੂੰ ਤਾਂ ਮਾਰ ਕੇ ਰੱਖ ਦਿੱਤਾ ਹੀ ਨਾ। ਉਹ ਕਿੱਥੇ ਚਲੇ ਗਏ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ, ਮੈਨੂੰ ਦੱਸ, ਮੈਂ ਉੱਧਰ ਜਾ ਕੇ ਉਹਨਾਂ ਕੋਲ ਮਾਫ਼ੀ ਮੰਗ ਲਵਾਂ, ਗੁਨਾਹ ਆਪਣਾ ਮਾਫ਼ ਕਰਾ ਲਵਾਂ। ਇਹ ਰੌਲਾ ਵਿਚਾਰਾ ਪਾਉਂਦਾ ਸੀ, ਸੱਪ ਲੜਿਆ ਸੀ, ਇਹਨਾਂ ਨੂੰ ਬੇਹੋਸ਼ ਹੋ ਕੇ ਡਿੱਗ ਪਿਆ। ਸਾਰੇ ਸਿਆਲਕੋਟ ਵਿੱਚ ਰੌਲਾ ਪੈ ਗਿਆ ਵੀ ਐਵੇਂ ਗੁਰੂ ਨਾਨਕ ਸਾਹਿਬ ਬੜੇ ਤਗੜੇ ਸਾਧੂ ਆਏ ਮੂਲੇ ਦੇ ਦੁਆਰੇ 'ਤੇ ਮਿਲਣ ਮਿੱਤਰ ਸਮਝ ਕੇ। ਉਹ ਅੱਗੋਂ ਵੀ ਚਾਅ ਨਾਲ ਨਹੀਂ ਮਿਲਿਆ, ਘਰਵਾਲੀ ਦੇ ਕਹੇ ਕਰਕੇ ਲੁਕ ਗਿਆ, ਬੇਮੁਖ ਹੋਇਆ, ਸੱਪ ਲੜ ਗਿਆ ਹੁਣ ਉਹਨੂੰ, ਤੇ ਹੁਣ ਡਿੱਗਿਆ ਪਿਆ, ਮਰਨ ਵਾਲਾ ਹੋ ਗਿਆ। ਸੁਣ ਸੁਣ ਕੇ ਉੱਚੀ ਨੀਵੀਂ ਜਾਤੀ ਦੇ ਵੱਡੇ ਅਮੀਰ ਛੋਟੇ ਗਰੀਬ ਸਭ ਇਹਦੇ ਘਰ ਵੱਲ ਆ ਰਹੇ। ਘਰ ਆਣ ਕੇ ਤੇ ਫਿਰ ਸਲਾਹਾਂ ਕਰਦੇ ਆਪੋ ਵਿੱਚ ਗੱਲਾਂ ਵੀ ਉੱਥੇ ਲੈ ਚੱਲੋ ਜਿੱਥੇ ਮਹਾਰਾਜ ਬੈਠੇ ਹੋਏ। ਗੁਰੂ ਸਾਹਿਬ ਜੀ ਗੁਰਦੁਆਰਾ ਬੇਰ ਸਾਹਿਬ ਉੱਤੇ ਸੁਭਾਏਮਾਨ ਹੈ, ਬੇਰੀ ਦੇ ਹੇਠਾਂ ਮਹਾਰਾਜ ਬੈਠੇ ਹੋਏ ਸਨ। ਕਹਿੰਦੇ ਵੀ ਉੱਥੇ ਲੈ ਚੱਲੋ ਇਹਨੂੰ, ਉਹੀ ਉਹ ਬਖਸ਼ ਸਕਦੇ। ਫਿਰ ਇਹਨਾਂ ਨੇ ਇੱਕ ਪਲੰਘ ਜਿਹੇ 'ਤੇ ਪਾਇਆ, 4 ਜਾਣੇ ਚੁੱਕ ਕੇ ਲੈ ਗਏ। ਮਗਰ ਲੋਕਾਂ ਦੀ ਭੀੜ 'ਤੇ ਭੀੜ, ਉੱਥੇ ਜਾ ਕੇ ਮੱਥਾ ਟੇਕਿਆ।
ਗੁਰੂ ਸਾਹਿਬ ਜੀ ਨੇ ਅੱਗੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਹਨੇ ਗਲਤੀ ਕੀਤੀ ਆ, ਬਖਸ਼ ਦਿਓ, ਆਪ ਪਰਉਪਕਾਰੀ ਹੋ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਹੁਣ ਕੀ ਕਹਿਣਾ, ਇਹਨੂੰ ਤਾਂ ਬੜੀ ਗਾੜੀ ਮਾਰ ਹੀ ਵੱਜੀ ਹੈ, ਪਰਮੇਸ਼ਰ ਵੱਲੋਂ ਹੀ ਮਾਰ ਵੱਜੀ, ਇਹ ਨਹੀਂ ਹੁਣ ਜੀ ਸਕਦਾ, ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਇਹਨੂੰ ਤੁਸੀਂ ਲੈ ਜਾਓ ਹੁਣ। ਅਤੇ ਫਿਰ ਗੁਰੂ ਸਾਹਿਬ ਜੀ ਤਰੁੱਠ ਗਏ, ਕਹਿੰਦੇ ਚਲੋ ਅੰਤਲੇ ਸਮੇਂ ਨੇ ਦਰਸ਼ਨ ਕਰ ਲਿਆ ਹੈ, ਇਹਦਾ ਫਲ ਇਹਨੂੰ ਮਿਲੇਗਾ ਜ਼ਰੂਰ। ਜਦੋਂ ਅਸੀਂ 10ਵੇਂ ਜਾਮੇ ਵਿੱਚ ਆਵਾਂਗੇ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰੂਪ ਵਿੱਚ, ਉਦੋਂ ਇਹਦਾ ਉਧਾਰ ਕਰਾਂਗੇ। ਉਨਾ ਚਿਰ ਜੂਨਾ ਜੀ ਪਏਗਾ, ਸੂਰ, ਕੁੱਤੇ, ਬਿੱਲੀਆਂ ਆਦਿਕ ਸਹਿ ਆਦਿਕੇ ਬਣੇਗਾ। ਇਹ ਮਹਾਰਾਜ ਕਹਿ ਕੇ ਚੁੱਪ ਕਰ ਗਏ, ਇਹ ਲੈ ਕੇ ਵਾਪਸ ਆ ਗਏ। ਇਹਨਾਂ ਨੂੰ ਇਹ ਚੜ੍ਹਾਈ ਕਰ ਗਿਆ। ਗੁਰੂ ਸਾਹਿਬ ਜੀ ਉੱਥੇ ਚੱਲ ਪਏ, ਲੋਕਾਂ ਨੂੰ ਪਤਾ ਲੱਗਾ, ਲੋਕ ਦੌੜ ਦੌੜ ਕੇ ਗਏ, ਮਹਾਰਾਜ ਬਖਸ਼ੋ ਬਖਸ਼ੋ, ਸਾਡਾ ਉਧਾਰ ਕਰੋ, ਅਸੀਂ ਤਾਂ ਤੁਹਾਡੀ ਸ਼ਰਨ ਆ, ਸਾਡੇ 'ਤੇ ਕਿਰਪਾ ਕਰੋ। ਗੁਰੂ ਸਾਹਿਬ ਜੀ ਕਹਿੰਦੇ ਵੀ ਧਰਮ ਦੀ ਜਗ੍ਹਾ ਬਣਾਓ, ਸਤਸੰਗ ਵਾਸਤੇ ਸਤਸੰਗ ਕਰੋ, ਨਾਮ ਜਪੋ, ਤੁਹਾਡਾ ਪਾਰ ਉਤਾਰਾ ਹੋਏਗਾ। ਚਰਨਾਂ ਦੀ ਪਹੁਲ ਦੇ ਕੇ ਗੁਰੂ ਸਾਹਿਬ ਜੀ ਚਲੇ ਗਏ। ਫਿਰ ਇਸ ਦਾ ਉਧਾਰ ਜਿਹੜਾ ਸਾਧ ਸੰਗਤ ਜੀ ਦਸੋਂ ਪਿਤਾ ਜੀ ਨੇ ਕੀਤਾ ਸੀ, ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ, ਉਹ ਕਵੀ ਜੀ ਨੇ ਪ੍ਰਸੰਗ ਨਾਲ ਮੇਲਵਾਈ ਥੋੜ੍ਹਾ ਜਿਹਾ ਲਾ ਕੇ ਪੂਰਾ ਕਰ ਦਿੱਤਾ। ਉਹ ਆਪਾਂ ਸਰਵਣ ਕੱਲ ਕੀਤਾ ਹੀ ਹੈ। ਜਿਵੇਂ ਹੁਣ ਅੱਗੇ ਕਥਾ ਵਿਚਾਰ ਆ ਰਹੀ ਹੈ, ਗੁਰੂ ਸਾਹਿਬ ਜੀ ਕਰਤਾਰਪੁਰ ਨਿਵਾਸ ਕੀਤਾ ਅਤੇ ਸ਼ਿਵਰਾਤਰੀ ਦਾ ਮੇਲਾ ਜਿਹੜਾ ਅਚਲ ਬਟਾਲੇ ਲੱਗਦਾ, ਇੱਥੇ ਬਟਾਲੇ ਕੋਲ ਅਚਲ ਮੰਦਰ 'ਚ, ਉੱਥੇ ਜਿਵੇਂ ਸਿੱਧਾਂ ਨਾਲ ਮਹਾਰਾਜ ਦੀ ਗੋਸ਼ਟ ਹੋਈ, ਮਿਲਾਪ ਹੋਇਆ, ਉਹ ਪ੍ਰਸੰਗ ਅੱਜ ਬੜੇ ਵਿਸਥਾਰ ਨਾਲ ਹੀ ਆ ਰਿਹਾ। ਆਓ ਆਪਾਂ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੜਨਾ ਸੁਣਨਾ ਕਰ ਸ਼ੀਰ ਸਮ। ਭਾਈ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਹੀ ਕਹਿੰਦੇ ਹੋਏ, ਸੰਬੋਧਨ ਕਰਦਿਆਂ ਹੋਏ ਕਹਿ ਰਹੇ, ਹੇ ਮਨਾ, ਜਿਹੜੀ ਗੁਰਬਾਣੀ ਪੜ੍ਹਨੀ ਹੈ ਅਤੇ ਗੁਰਬਾਣੀ ਸੁਣਨੀ ਹੈ, ਇਹ ਕੋਈ ਤੋਤਾ ਰੱਟ ਨਹੀਂ ਹੈ, ਇਹ ਕੋਈ ਟਾਈਮ ਪਾਸ ਨਹੀਂ ਹੈ, ਕੋਈ ਵੇਲੇ ਦਾ ਕੰਮ ਨਹੀਂ ਹੈ। ਜਿਹੜੀ ਗੁਰਬਾਣੀ ਪੜ੍ਹਨੀ ਸੁਣਨੀ ਹੈ, ਅਤੇ ਜਿਵੇਂ ਚੰਗੀ ਮੱਝ ਦਾ ਦੁੱਧ ਹੁੰਦਾ ਨਾ ਸੰਘਣਾ, ਉਹ ਕੋਈ ਇਕੱਠਾ ਕਰ ਲਵੇ, ਇਵੇਂ ਹੈ ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ। ਹੇ ਮਨਾ, ਚੰਗੇ ਸੰਘਣੇ ਦੁੱਧ ਦੇ ਬਰਾਬਰ ਸਦਰਸ਼ੀ ਤੂੰ ਸਮਝ ਲੈ। ਪ੍ਰੇਮ ਸਮਾਇ ਨ ਪਾਏ। ਤੇ ਜਿਹੜਾ ਗੁਰਬਾਣੀ ਨੂੰ ਪ੍ਰੇਮ ਨਾਲ ਸੁਣਨਾ, ਪੜ੍ਹਨਾ, ਵਿਚਾਰਨਾ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਇਹ ਜਿਹੜੀ ਅਵਸਥਾ ਨਾਲ ਰਹਿਣਾ, ਪ੍ਰੇਮ ਰੂਪੀ ਜਾਗ ਲਗਾ ਦੇ ਹੇ ਮਨ। ਜਿਵੇਂ ਆ ਮਾਈਆਂ ਦੁੱਧ ਤੱਤਾ ਕਰਕੇ ਅਤੇ ਫਿਰ ਉਹਨੂੰ ਜਾਗ ਲਾ ਦਿੰਦੀਆਂ ਨਾ, ਖੱਟਾ, ਉਹ ਬੜੀ ਛੇਤੀ ਜੰਮ ਜਾਂਦਾ। ਇਵੇਂ ਹੀ ਹੇ ਮਨਾ, ਗੁਰਬਾਣੀ ਪੜ੍ਹਨ ਸੁਣ ਰੂਪ ਚੰਗਾ ਹੀ ਸੰਘਣਾ ਦੁੱਧ ਦੇ ਬਰਾਬਰ ਸਮਝ ਲੈ। ਪ੍ਰੇਮ ਰੂਪੀ ਇਹਨੂੰ ਤੂੰ ਜਾਗ ਲਗਾ ਦੇ। ਲਖਨ ਸਹਜ ਸਰੂਪ ਕੋ। ਅਤੇ ਜਿਹੜਾ ਹੈ ਗੁਰਬਾਣੀ ਨੂੰ ਬਾਰ-ਬਾਰ ਪੜ੍ਹਨਾ, ਇਹ ਹੈ ਰਿੜਕਣਾ। ਜਿਵੇਂ ਉੱਧਰ ਰਿੜਕਦੇ ਨਾ, ਮਾਤਾਵਾਂ ਰਿੜਕਦੀਆਂ ਦਹੀਂ ਨੂੰ, ਇਸੇ ਤਰ੍ਹਾਂ ਦੁੱਧ ਨੂੰ ਰਿੜਕਦੀਆਂ, ਇਵੇਂ ਇਹ ਰਿੜਕਣਾ ਜਿਹੜਾ ਬਾਰ-ਬਾਰ ਗੁਰਬਾਣੀ ਨੂੰ ਪੜ੍ਹਨਾ, ਵੀ ਜਿਵੇਂ ਉਹ ਰਿੜਕ ਕੇ ਮੱਖਣ ਕੱਢ ਲੈਂਦੀਆਂ, ਇਸੇ ਤਰ੍ਹਾਂ ਗੁਰਬਾਣੀ ਨੂੰ ਪੜ੍ਹਨਾ ਬਾਰ-ਬਾਰ, ਇਹਦੇ ਨਾਲ ਗਿਆਨ ਰੂਪੀ ਮੱਖਣ ਨਿਕਲਦਾ ਹੈ। ਅਤੇ ਕਈ ਕਹਿੰਦੇ ਵੀ ਗੁਰਬਾਣੀ ਬਾਰ-ਬਾਰ ਕੀ ਪੜ੍ਹਨੀ ਹੈ ਜੀ, ਬਾਰ-ਬਾਰ ਪੜ੍ਹਨਾ ਤੋਤਾ ਰੱਟ ਐਵੇਂ ਸਿਰ ਖਪਾਈ।
ਹੁਣ ਉਹਨਾਂ ਨੂੰ ਕੋਈ ਪੁੱਛੇ ਵੀ ਦੁੱਧ ਕਿਉਂ ਬਾਰ-ਬਾਰ ਰਿੜਕਿਆ ਜਾਂਦਾ, ਕਿਉਂ ਰਿੜਕਿਆ ਜਾਂਦਾ? ਜੋ ਰਿੜਕਿਆ ਨਾ ਜਾਏ ਤੇ ਉਹ ਕਿਵੇਂ ਮਾਤਾਵਾਂ ਜਿਹੜੇ ਮਧਾਣੀ ਪਾ ਕੇ ਰਿੜਕਦੀਆਂ। ਹੁਣ ਅੱਜ ਕੱਲ੍ਹ ਚਲੋ ਭਾਵੇਂ ਉਹ ਬੱਤੀ 'ਤੇ ਹੀ ਆ ਗਿਆ ਸਾਧਨ ਜਿਹਾ ਮਧਾਣੀ ਦਾ, ਅਤੇ ਉਹਦੇ ਨਾਲ ਰਿੜਕਦੀਆਂ ਅਤੇ ਰਿੜਕ ਕੇ ਮੱਖਣ ਨਿਕਲਦਾ। ਜੇ ਭਲਾ ਉਹ ਰਿੜਕਣ ਨਾ ਤਾਂ ਮੱਖਣ ਕਿਵੇਂ ਨਿਕਲੇ? ਨਿਕਲ ਨਹੀਂ ਨਾ ਸਕਦਾ। ਇਸੇ ਤਰ੍ਹਾਂ ਗੁਰਬਾਣੀ ਬਾਰ-ਬਾਰ ਪੜ੍ਹਨ ਨਾਲ ਹੀ ਇਹ ਗਿਆਨ ਰੂਪੀ ਮੱਖਣ ਨਿਕਲਦਾ ਹੈ। ਜਿਹੜੇ ਹੁਣ ਕਹਿੰਦੇ ਵੀ ਇਹ ਗੁਰਬਾਣੀ ਕਿਉਂ ਪੜ੍ਹਨੀ ਹੈ, ਗੁਰਬਾਣੀ ਬਹੁਤੀ ਪੜ੍ਹਨ ਦੀ ਕੀ ਲੋੜ ਹੈ ਜੀ, ਆਹ ਵਾਹਿਗੁਰੂ ਵਾਹਿਗੁਰੂ ਕਰੀ ਜਾਓਗੇ। ਗੁਰਬਾਣੀ 'ਚ ਵੀ ਇਹੀ ਲਿਖਿਆ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਹੁਣ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਇਹ ਤਾਂ ਸਾਨੂੰ ਹਦਾਇਤ ਹੀ ਦਿੱਤੀ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਚੜ੍ਹਦੇ ਦਿਨ ਗੁਰਬਾਣੀ ਨੂੰ ਗਾਵੇ ਪੜ੍ਹੇ। ਅਤੇ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜੀ ਬਾਣੀ ਹੈ ਗੁਰੂ ਅਤੇ ਗੁਰੂ ਬਾਣੀ ਹੈ, ਅਤੇ ਉਹ ਵਾਹਿਗੁਰੂ ਵੀ ਗੁਰੂ ਦਾ ਨਾਮ ਹੈ ਅਤੇ ਬਾਣੀ ਵੀ ਗੁਰੂ ਦਾ ਨਾਮ ਹੀ ਹੈ। ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਆਠ ਪਹਿਰ ਸਰ ਸਿਮਰੋ ਪ੍ਰਾਣੀ। ਮਹਾਰਾਜ ਤੇ ਕਹਿ ਰਹੇ ਵੀ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਵੀ ਨਿਤ ਹਮੇਸ਼ਾ ਮਰਦੇ ਦਮ ਤੱਕ ਉੱਠ ਕੇ ਗੁਰਬਾਣੀ ਗਾਓ, ਸਵੇਰੇ ਉੱਠ ਕੇ ਭਾਈ ਨਿਤਨੇਮ ਨਾਲ। ਅਤੇ ਉਹ ਜਿਹੜੇ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾ, ਬਾਣੀ ਨਹੀਂ ਪੜ੍ਹਨ ਦੀ ਕੀ ਲੋੜ, ਐਵੇਂ ਦਿਮਾਗ 'ਤੇ ਹੀ ਅਸਰ ਪਾਉਣ ਵਾਲੀ ਗੱਲ ਹੈ। ਅਤੇ ਇਹ ਹੁਣ ਗੁਰੂ ਮਹਾਰਾਜ ਜੀ ਨੇ ਭਾਵੇਂ ਵੇਖ ਲਓ ਕਿ ਅੰਮ੍ਰਿਤ ਛਕਾਇਆ, ਅਤੇ ਜਦੋਂ ਅੰਮ੍ਰਿਤ ਛਕਾਇਆ ਸਤਿਗੁਰੂ ਜੀ ਨੇ ਤਾਂ ਪਹਿਲਾਂ ਮੂਲ ਮੰਤਰ ਦ੍ਰਿੜਾਇਆ ਜਾਂਦਾ, ਫਿਰ ਗੁਰਮੰਤਰ ਦ੍ਰਿੜਾਇਆ ਜਾਂਦਾ ਵੀ ਮੂਲ ਮੰਤਰ ਗੁਰਮੰਤਰ ਪੜ੍ਹਨਾ ਹੈ। ਅਤੇ ਪੰਜ ਬਾਣੀਆਂ ਦੇ ਮਗਰੋਂ ਵੀ ਹਦਾਇਤ ਹੈ, ਭਾਵੇਂ ਕਿ ਮੂਲ ਮੰਤਰ ਗੁਰਮੰਤਰ ਗੁਰੂ ਜੀ ਨੇ ਦ੍ਰਿੜਾਇਆ, ਪਰ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਉਦੋਂ ਤਾਂ ਮਹਾਰਾਜ ਨੇ ਮੂਲ ਮੰਤਰ ਨਹੀਂ ਨਾ ਪੜ੍ਹਿਆ, ਉਦੋਂ ਤਾਂ ਗੁਰਮੰਤਰ ਨਹੀਂ ਨਾ ਗੁਰੂ ਸਾਹਿਬ ਜੀ ਨੇ ਪੜ੍ਹਿਆ। ਗੁਰੂ ਕੀ ਅਣਜਾਣ ਥੋੜ੍ਹੀ ਸਨ ਵੀ ਵਾਹਿਗੁਰੂ ਵਾਹਿਗੁਰੂ ਪੜ੍ਹ ਲੈਂਦੇ ਜਿਵੇਂ ਅਸੀਂ ਹੁਣ ਕਹਿ ਦਿੰਦੇ ਹਾਂ, ਅਤੇ ਮਹਾਰਾਜ ਵੀ ਕਹਿ ਦਿੰਦੇ ਭਾਈ ਬਾਣੀ ਪੜ੍ਹਨ ਦੀ ਲੋੜ ਨਹੀਂ, ਇਕੱਲਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਜੇ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ ਸੀ ਅਤੇ ਗੁਰੂ ਜੀ ਨੇ ਗੁਰਬਾਣੀ ਫਿਰ 1430 ਅੰਗ ਲਿਖੇ ਕਿਉਂ? ਗੁਰਬਾਣੀ ਤੇ ਸਾਧ ਸੰਗਤ ਜੀ ਬਹੁਤ ਮਹਾਨ ਹੈ। ਇਹ ਤੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆ, ਸੱਚ ਕੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਇਹ ਤੇ ਪਰਮੇਸ਼ਰ ਦੀ ਧੁਰੋਂ ਬਾਣੀ ਆਈ, ਮਹਾਨ ਹੈ। ਇਹਨੂੰ ਤਾਂ ਜਿੰਨਾ ਹੀ ਪੜ੍ਹ ਲਵਾਂਗੇ ਉਨਾ ਹੀ ਥੋੜ੍ਹੀ ਹੈ। ਅਤੇ ਫਿਰ ਸਤਿਗੁਰੂ ਜੀ ਨੇ ਉੱਥੇ ਹਦਾਇਤ ਕਰ ਦਿੱਤੀ ਨਾਲ ਵੀ ਅੰਮ੍ਰਿਤ ਛਕ ਕੇ ਸਵੇਰੇ ਪੰਜ ਬਾਣੀਆਂ ਪੜ੍ਹਨੀਆਂ, ਸ਼ਾਮ ਨੂੰ ਰਹਿਰਾਸ ਸਾਹਿਬ, ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਪੜ੍ਹਨਾ। ਇਹ ਤਾਂ ਸਾਡਾ ਹੀ ਆਲਸ ਹੈ ਵੀ ਚਲੋ ਅਸੀਂ ਗੁਰਬਾਣੀ ਪੜ੍ਹਨੀ ਨਹੀਂ ਚਾਹੁੰਦੇ, ਬਹਾਨਾ ਬਣਾਇਆ, ਆਉਂਦਾ ਨਹੀਂ ਸੀ ਜੀ। ਇੰਨੀ ਉਮਰਾਂ ਹੈ, ਇੱਕ ਅੱਖਰ ਰੋਜ਼ ਦਾ ਪੜ੍ਹੀਏ ਤਾਂ ਜਾ ਕੇ ਨਿਤਨੇਮ ਦੀ ਸੰਥਿਆ ਹੋ ਜਾਂਦੀ, ਕਿੰਨਾ ਵੀ ਕੋਈ ਅਨਪੜ੍ਹ ਹੋਵੇ। ਅਤੇ ਹੁਣ ਜਦੋਂ ਕੋਈ ਸਿੱਖੇਗਾ ਹੀ ਨਹੀਂ, ਪੜ੍ਹੇਗੇ ਨਹੀਂ ਤਾਂ ਆਵੇਗੀ ਕਿੱਥੋਂ? ਕੋਈ ਵੀ ਬੱਚਾ ਪਹਿਲਾਂ ਉਹ ਕਿੰਨੇ ਸਾਲ ਸਕੂਲਾਂ ਵਿੱਚ ਲਾਉਂਦਾ, ਫਿਰ ਜਾ ਕੇ ਉਹਨੂੰ ਕਿਤੇ ਪੜ੍ਹਨਾ ਆਉਂਦਾ। ਇਵੇਂ ਮਿਹਨਤ ਕਰੀਏ ਅਤੇ ਗੁਰਬਾਣੀ ਵੀ ਪੜ੍ਹਨੀ ਆ ਜਾਂਦੀ। ਇਹ ਤਾਂ ਹੈ ਗੁਰੂ ਦੀ ਦਾਤ, ਇਹ ਬਹੁਤੇ ਦਿਮਾਗ ਵਾਲੇ ਨੂੰ ਨਹੀਂ ਆਉਂਦੀ। ਜਿਹੜੇ ਗੁਰੂ 'ਤੇ ਸ਼ਰਧਾ ਰੱਖਦੇ ਉਹ ਅਨਪੜ੍ਹ ਵਾਲੇ ਵੀ ਐਂ ਗੁਰਬਾਣੀ ਰਮਾਨ ਨਾਲ ਪੜ੍ਹ ਲੈਂਦੇ। ਕਈਆਂ ਨੂੰ ਕਿੰਨੀ ਕਿੰਨੀ ਬਾਣੀ ਕੰਠ ਹੈ, ਕਈਆਂ ਨੂੰ ਅੱਖਰਾਂ ਦਾ ਗਿਆਨ ਨਹੀਂ, ਉਹ ਆ ਪੰਜ ਬਾਣੀਆਂ ਪੜ੍ਹ ਲੈਂਦੇ ਆ, ਯਾਦ ਹੀ ਕੀਤੀਆਂ ਹੋਈਆਂ, ਸੁਖਮਨੀ ਸਾਹਿਬ ਯਾਦ। ਇਵੇਂ ਅਤੇ ਉਹ ਕਹਿ ਦਿੰਦੇ ਨਹੀਂ ਜੀ ਬਾਣੀ ਜਿਹੜੀ ਲਿਖੀ ਹੈ ਨਾ ਉਹ 'ਚ ਜੋ ਲਿਖਿਆ ਉਹ 'ਤੇ ਅਮਲ ਕਰਨਾ ਚਾਹੀਦਾ, ਪੜ੍ਹ ਸੁਣ ਕੇ ਕੀ ਕਰਨਾ। ਹੁਣ ਮਹਾਰਾਜ ਕਹਿੰਦੇ ਆਇਓ ਸੁਣ ਪੜ੍ਹਨ ਕੋ ਬਾਣੀ, ਗੁਰਬਾਣੀ 'ਚ ਲਿਖਿਆ ਹੈ ਵੀ ਇੱਥੇ ਆਏ ਕਾਹਨੂੰ ਆ, ਗੁਰਬਾਣੀ ਪੜ੍ਹਨ ਅਤੇ ਸੁਣਨ ਵਾਸਤੇ। ਅਤੇ ਹੁਣ ਕੋਈ ਪੜ੍ਹੂਗਾ, ਕੋਈ ਸੁਣੂਗਾ, ਉਹੀਓ ਅਮਲ ਕਰੂਗਾ, ਦੂਜੇ ਨੇ ਸਵਾਹ ਅਮਲ ਕਰਨਾ। ਜਿਹੜੇ ਪੜ੍ਹਿਆ ਹੀ ਨਹੀਂ, ਜਿਹਨੇ ਸੁਣਿਆ ਹੀ ਨਹੀਂ, ਬਾਰ ਬਾਰ ਜਦੋਂ ਆਪਾਂ ਕਿਸੇ ਨੂੰ ਇੱਕ ਗੱਲ ਕਹੀ ਜਾਈਏ ਅਤੇ ਉਹਨੂੰ ਅਸਰ ਹੋ ਹੀ ਜਾਂਦਾ ਹੈ।
ਗੁਰਬਾਣੀ ਪੜ੍ਹਾਂਗੇ ਸੁਣਾਂਗੇ, ਵਿੱਚ ਲਿਖਿਆ ਸਾਨੂੰ ਦਿਖੂਗਾ, ਤੇ ਫਿਰ ਜਾ ਕੇ ਸਾਧ ਸੰਗਤ ਜੀ ਅਸਰ ਹੁੰਦਾ। ਵੀ ਜਦੋਂ ਪਤਾ ਲੱਗੂ ਵੀ ਅੱਗੇ ਦੋ ਜਗ ਤਪਿਆ ਸੁਣੀਏ, ਵੀ ਹੇ ਮਨਾ ਅੱਗੇ ਤੇ ਬੜਾ ਨਰਕ ਬੜਾ ਤਪਿਆ ਸੁਣੀ ਜਾਂਦਾ, ਫਰੀਦਾ ਕੀੜੀ ਪਵੰਦੀ ਕੰਨੀ ਨਾ ਸੁਣੀ ਆਏ, ਇਹ ਉੱਥੇ ਤੇ ਬੜੀ ਮਾੜੀ ਹਾਲਤ ਹੁੰਦੀ ਹੈ। ਜੋ ਸੁਣਾਂਗੇ ਤੇ ਫਿਰ ਹੀ ਅਸਰ ਹੋਊਗਾ ਨਾ, ਜੇ ਸੁਣਾਂਗੇ ਨਹੀਂ, ਡਰਾਂਗੇ ਨਹੀਂ, ਤੇ ਫਿਰ ਉਹ ਆਪਾਂ ਕੀ ਕਰਾਂਗੇ। ਜਿਹੜਾ ਗੁਰਬਾਣੀ ਨੂੰ ਪੜ੍ਹਨਾ ਹੈ, ਇਹ ਬਾਰ-ਬਾਰ ਪੜ੍ਹਨਾ, ਪੁਨः ਅਭਿਆਸ ਕਰਨਾ, ਇਹ ਰਿੜਕਣਾ ਪਾਉਣਾ ਵਿਧਾਣੀ ਦਾ। ਜਿਵੇਂ ਉੱਥੇ ਰਿੜਕ ਕੇ ਮਾਈਆਂ ਦੁੱਧ ਵਿੱਚੋਂ ਤੇ ਉਹ ਜਗ ਲਾ ਕੇ ਮੱਖਣ ਕੱਢ ਲੈਂਦੀਆਂ, ਇਸੇ ਤਰ੍ਹਾਂ ਹੀ ਬਾਰ-ਬਾਰ ਗੁਰਬਾਣੀ ਪੜ੍ਹਨੇ ਕਰਕੇ ਗਿਆਨ ਪ੍ਰਾਪਤ ਹੁੰਦਾ ਹੈ। ਅੱਖਰਾਂ ਦਾ ਗਿਆਨ ਹੋ ਜਾਂਦਾ, ਗਿਆਨ ਹੋਣ ਦੇ ਨਾਲ ਨਾਲ ਹੀ ਕਈ ਅਵਸਥਾ ਬਣ ਜਾਂਦੀਆਂ। ਹੁਣ ਮਹਾਰਾਜ ਜੀ ਨੇ ਤੇ ਲਿਖਿਆ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਨੂੰ ਕਹਿੰਦੇ ਕੋਈ ਵਿਰਲਾ ਹੀ ਵਿਚਾਰਦਾ, ਜਿਹੜਾ ਕੋਈ ਗੁਰਮੁਖ ਹੋਵੇ। ਬਾਣੀ ਪੜ੍ਹਨ ਦੀ ਬਹੁਤ ਮਹਾਨਤਾ। ਜਿਹੜੇ ਬਾਣੀ ਪੜ੍ਹਦੇ ਹੈ ਨਾ ਸਾਧ ਸੰਗਤ ਜੀ, ਉਹਨਾਂ ਦਾ ਸਰੀਰ ਨਵਾਂ ਨਰੋਆ, ਤੇ ਐਵੇਂ ਉਹ ਆਤਮ ਗਿਆਨੀ ਬਣ ਜਾਂਦੇ। ਕਈ ਇਸੇ ਬਾਣੀ ਦੇ ਸਹਾਰੇ ਆਪਣੇ ਡੇਰੇ ਚਲਾ ਰਹੇ ਆ, ਬੋਲ ਬੋਲ ਕੇ ਬਾਣੀ ਉਹਨਾਂ ਨੇ ਕੰਠ ਕੀਤੀ ਹੋਈ। ਬਾਣੀ ਦਾ ਇੰਨਾ ਪ੍ਰਭਾਵ ਹੈ। ਤੇ ਮਹਾਰਾਜ ਇੱਥੇ ਇੱਧਰ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਮੰਗਲ ਕਰਦੇ ਹੋਏ ਕਹਿ ਰਹੇ ਆ ਵੀ ਹੇ ਮਨਾ, ਜਿਹੜਾ ਗੁਰਬਾਣੀ ਦਾ ਬਾਰ-ਬਾਰ ਪੜ੍ਹਨਾ, ਸੁਣਨਾ, ਨਾਮ ਦਾ ਬਾਰ-ਬਾਰ ਜਪਣਾ, ਇਹ ਰਿੜਕਣਾ ਕਰਕੇ, ਰਿੜਕਣਾ ਜਦੋਂ ਕਰੇਗਾ, ਜਿਹੜਾ ਤੂੰ ਸੁੱਤੇ ਸਿੱਧੀ, ਜਿਹੜਾ ਸਹਿਜ ਸਰੂਪ ਗਿਆਨ ਨੂੰ ਤੂੰ ਜਾਣ ਲਵੇਂਗਾ। ਚਖ ਮਾਖਨ ਸੁਖਦਾਏ, ਗੁਰਬਾਣੀ ਨੂੰ ਬਾਰ-ਬਾਰ ਪੜ੍ਹਨੇ ਕਰਕੇ ਗਿਆਨ ਸਰੂਪ ਨੂੰ ਤੂੰ ਜਾਣ ਲਵੇਂਗਾ। ਸਹਿਜ ਸਰੂਪ ਗਿਆਨ ਰੂਪ ਪਰਮੇਸ਼ਰ ਨੂੰ ਜਾਣ ਲਵੇਂਗਾ, ਜਾਂ ਸਹਿਜ ਸੁੱਤੇ ਸਿੱਧੀ ਆਪਣੇ ਸਰੂਪ ਨੂੰ ਜਾਣ ਲਵੇਂਗਾ, ਗਿਆਨ ਸਰੂਪ ਨੂੰ ਤੂੰ ਜਾਣ ਲਵੇਂਗਾ। ਅਤੇ ਇਹ ਕੀ ਹੈ? ਚਖ ਮਾਖਣ ਸੁਖਦਾਈ, ਸੁੱਖ ਦੇਣ ਵਾਲਾ ਮੱਖਣ ਹੈ। ਜਿਵੇਂ ਮੱਖਣ ਖਾਇਆ ਸਰੀਰ ਹੈ ਰਿਸ਼ਟ ਪੁਸ਼ਟ ਹੋ ਜਾਂਦਾ ਹੈ, ਚਿਹਰੇ 'ਤੇ ਲਾਲੀ ਆ ਜਾਂਦੀ, ਥੰਧਿਆਈ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸਹਿਜ ਸਰੂਪ ਦੀ ਲਖਤਾ ਹੋ ਜਾਵੇ, ਗਿਆਤ ਹੋ ਜਾਏ, ਅਤੇ ਸੁੱਖ ਦੇਣ ਵਾਲਾ ਮੱਖਣ ਇਹ ਪ੍ਰਾਪਤ ਹੋ ਜਾਂਦਾ। ਅਤੇ ਇਹਨੂੰ ਚੱਖਣ ਨਾਲ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਮੁੱਖ 'ਤੇ ਵੀ ਲਾਲੀ ਨੂਰ ਖਿੜਿਆ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਿਵੇਂ ਉੱਧਰ ਮੱਖਣ ਖਾ ਕੇ ਰਿਸ਼ਟ ਪੁਸ਼ਟ ਹੋ ਜਾਈਦਾ, ਇਵੇਂ ਗਿਆਨ ਰੂਪੀ ਸੁੱਖ ਦੇਣ ਵਾਲਾ ਮੱਖਣ ਚੱਖ ਕੇ ਅਤੇ ਗਿਆਨਵਾਨ ਅਧਿਆਤਮਵਾਦੀ ਬੜੇ ਆਤਮ ਬਲੀ ਬਣ ਜਾਈਦਾ, ਬੜੇ ਆਤਮ ਦੇ ਗਿਆਨ ਵਾਲੇ ਹੋ ਜਾਈਦਾ। ਜਿਹੜੇ ਸੰਤ ਮਹਾਤਮਾ ਹੁੰਦੇ ਆ ਨਾ, ਕਈ ਦੇ ਹੁੰਦੇ ਨਾ ਵੀ ਡੋਲੇ ਜਿਹੇ ਬਣਾ ਕੇ ਵਿਖਾਉਂਦੇ ਸਰੀਰ ਵੀ ਮੇਰਾ ਬੜਾ ਸਰੀਰ ਹੈ, ਉਹ ਮਹਾਤਮਾ ਦਾ ਕੋਈ ਸਰੀਰ ਨਹੀਂ ਹੁੰਦੇ ਆ, ਸੁੱਕੇ ਹੀ ਹੁੰਦੇ ਆ। ਪਰ ਉਹ ਆਤਮ ਬਲੀ ਐਸੀ ਜੁਰਤ ਉਹਨਾਂ ਦੇ ਬਚਨਾਂ ਵਿੱਚ, ਉਹ ਕਾਹਦੇ ਕਰਕੇ? ਗੁਰਬਾਣੀ ਪੜ੍ਹਨ ਸੁਣਨ ਕਰਕੇ, ਨਾਮ ਨੂੰ ਜਪਣੇ ਕਰਕੇ, ਤੋ ਸਹਿਜ ਸਰੂਪ ਦੀ ਲਖਤਾ ਵਾਲੇ ਹੋ ਜਾਂਦੇ, ਜਿਸ ਕਰਕੇ ਸੁੱਖ ਦੇਣ ਵਾਲਾ ਇਹ ਮੱਖਣ ਚੱਖ ਲੈਂਦੇ ਆ। ਇਸ ਮੱਖਣ ਨੂੰ ਚੱਖਣ ਨਾਲ ਗਿਆਨ ਵਾਲੇ ਅਧਿਆਤਮਵਾਦੀ ਆਤਮ ਬਲੀ ਬਣ ਜਾਂਦੇ ਹਨ। ਹੇ ਮਨਾ, ਸ੍ਰੀ ਬਾਲਾ ਸੰਦਰ ਵਾਚ ਚੌਪਈ, ਸ੍ਰੀ ਅੰਗਦ ਸਨ ਕਥਾ ਮਹਾਨੀ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿੰਦੇ ਭਾਈ ਬਾਲਾ ਜੀ, ਸਤਿਗੁਰ ਜੀ, ਸਤਿਗੁਰ ਜੀ ਦੀ ਜਿਹੜੀ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਐਸੀ ਜਿਹੜੀ ਬਾਣੀ ਹੈ, ਬੜੀ ਐਸੀ ਗੁਰੂ ਦੀ ਕਥਾ ਜਿਹੜੀ ਮਹਾਨ ਹੈ, ਉਹ ਅੱਗੇ ਸੁਣਨਾ ਕਰੋ। ਕੀਨ ਪਿਆਰਨਾ ਪਾਨਾ ਗੁਣ ਖਾਨੇ, ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਐਵੇਂ ਸਿਆਲਕੋਟ ਤੋਂ ਭਾਈ ਮੂਲੇ ਦੇ ਘਰੋਂ ਚੱਲ ਕੇ ਫਿਰ ਅੱਗੇ ਨੂੰ ਚੱਲਣਾ ਕੀਤਾ। ਸ੍ਰੀ ਕਰਤਾਰਪੁਰੇ ਚਲ ਆਏ, ਗੁਰੂ ਸਾਹਿਬ ਜੀ ਸੋਭਾ ਵਾਲੇ ਸਥਾਨ ਸ੍ਰੀ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਸੰਗ,
ਸੰਤਨ ਕੈ ਪਾਸ। ਇਹ ਕਰਤਾਰਪੁਰ ਵਿੱਚ ਕਰਤਾ ਪਰਮੇਸ਼ਰਾ ਵਸਦੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਚੱਲ ਕੇ ਆ ਗਏ ਐ। ਬੰਦਨ ਕਰਹਾ ਸਿੱਖ ਹਰਿ ਖਾਏ। ਸਤਿਗੁਰੂ ਜੀ ਨੂੰ ਆਇਆ ਦੇਖ ਕੇ ਸਿੱਖ ਬਹੁਤ ਪ੍ਰਸੰਨ ਖੁਸ਼ ਹੋਏ ਐ। ਮੱਥੇ ਟੇਕਦੇ ਆ ਨਾਨਕੇ। ਦੋਨੋਂ ਸੁਤ ਪਾਇਨ ਪਰ ਪਰੇ। ਦੋਨੋਂ ਸੁਪੁੱਤਰ ਸਤਿਗੁਰੂ ਜੀ ਦੇ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਵੀ ਸਤਿਗੁਰੂ ਮੇ ਸਾਡੇ ਪਿਤਾ ਜੀ ਆ ਗਏ। ਆਣ ਕੇ ਚਰਨੀ ਪਏ ਐ। ਦੇਖ ਪਿਤਾ ਸੋ ਆਨੰਦ ਭਰੇ। ਦੇਖ ਕੇ ਸਤਿਗੁਰੂ ਜੀ ਨੂੰ ਬੜੇ ਆਨੰਦ ਨਾਲ ਭਰ ਗਏ ਹਨ। ਸਭਨ ਕੀਨ ਉਤਸਾਹੋ ਵਿਸਾਲਾ। ਕਰਤਾਰਪੁਰ ਵਿੱਚ ਸੰਗਤ ਨੇ ਮਹਾਰਾਜ ਜੀ ਨੂੰ ਆਇਆ ਦੇਖ ਕੇ ਬਹੁਤ ਭਾਰੀ ਚਾਅ ਉਤਸ਼ਾਹ ਕੀਤਾ ਸਭ ਨੇ। ਪੰਚਾਮ੍ਰਿਤ ਬਹੁ ਕੀਅਤ ਤਕਾਲਾ। ਗੁਰੂ ਸਾਹਿਬ ਜੀ ਆਏ ਹੈ ਇਸ ਖੁਸ਼ੀ ਵਿੱਚ ਜਿਹੜੀ ਪੰਜ ਮੇਲ ਦਾ ਪ੍ਰਸ਼ਾਦ ਹੈ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਉਹ ਵੀ ਉਹਦੀ ਦੇਗ ਬੜੀ ਤਗੜੀ ਕਰ ਲਈ ਹੈ ਤਿਆਰ। ਕਰ ਅਰਦਾਸ ਬਾਟ ਸਭ ਤਾਏ। ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਕਿ ਮਹਾਰਾਜ ਜੀ ਆਜ ਨੂੰ ਭੋਗ ਲੱਗੇ। ਫਿਰ ਸਾਰੀ ਸੰਗਤ ਦੇ ਤਾਈਂ ਵੰਡ ਦਿੱਤੀ ਹੈ ਦੇਗ। ਕੀਰਤਨ ਕੀ ਘਨ ਘੋਰ ਲਗਾਏ। ਜਿਵੇਂ ਬੱਦਲਾਂ ਦੀ ਆਵਾਜ਼ ਹੁੰਦੀ ਹੈ ਆਕਾਸ਼ ਵਿੱਚ ਉਹ ਬੱਦਲਾਂ ਦੀ ਆਵਾਜ਼ ਵਰਗੀ ਬੜੀ ਉੱਚੀ ਤੇ ਮਸਤ ਆਵਾਜ਼ ਵਿੱਚ ਕੀਰਤਨ ਸ਼ੁਰੂ ਕਰ ਦਿੱਤਾ ਸੰਗਤ ਨੇ। ਜਹਾਂ ਜਹਾਂ ਸਿੱਖ ਹੋਤੇ ਸੁਨ ਆਏ। ਜਿੱਥੇ ਜਿੱਥੇ ਵੀ ਨਗਰਾਂ ਵਿੱਚ ਸਿੱਖ ਸੇਵਕ ਸਤਿਗੁਰੂ ਜੀ ਦੇ ਵਸਦੇ ਸਨ ਸੁਣ ਸੁਣ ਕੇ ਬਹੁਤੇ ਆਏ ਐ। ਦਰਸ਼ਨ ਕਰ ਬਾਸ਼ਤ ਫਲ ਪਾਏ। ਦਰਸ਼ਨ ਮਹਾਰਾਜ ਜੀ ਦਾ ਕਰਕੇ ਮਨ ਭਾਉਂਦੇ ਫਲ ਪਾਉਂਦੇ ਐ। ਮਨ ਬਾਂਛਿਤ ਫਲ ਪਾਵੇ ਸੋਈ ਦੁਖ ਨਾ ਤਿਸੈ ਬਿਆਪਤ ਕੋਈ। ਇਹ ਮਨ ਦੀਆਂ ਇੱਛਾ ਪੂਰੀਆਂ ਕਰਦੇ ਮਨ ਚਾਹੁੰਦੇ ਫਲ ਪਾ ਰਹੇ ਦਰਸ਼ਨ ਕਰ ਕਰਕੇ। ਰਹਿਣ ਲੱਗੇ ਪੁਨ ਪੁਰ ਕਰਤਾਰਾ। ਗੁਰੂ ਸਾਹਿਬ ਜੀ ਇਸ ਤਰ੍ਹਾਂ ਹੁਣ ਕਰਤਾਰਪੁਰ ਸਾਹਿਬ ਫਿਰ ਰਹਿਣ ਲੱਗੇ। ਸਿਮਰਨ ਨਾਮਾ ਜਗਤ ਬਿਸਤਾਰਾ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਪੈਰ ਸੰਸਾਰੀ ਕੱਪੜੇ ਮੰਜੀ ਕੀਆ ਬੈਠ ਅਵਤਾਰਾ। ਇਵੇਂ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਆ ਕੇ ਇੱਥੇ ਰਹਿਣ ਲੱਗੇ। ਜਿਹੜਾ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰਨਾ ਹਰ ਵਕਤ ਇਹ ਸੰਸਾਰ ਵਿੱਚ ਫੈਲਾਇਆ ਹੈ। ਦਿਨ ਪ੍ਰਤ ਦੂਨ ਚੌਨ ਵਿਸਾਲਾ। ਦਿਨ ਪ੍ਰਤ ਰੋਜ਼ ਦੀ ਰੋਜ਼ ਹੀ ਦੂਣਾ ਚਾਉਣਾ ਬਹੁਤ ਹੀ। ਪਸਰੇ ਕੀਰਤ ਕਰਤ ਉਜਾਲਾ। ਗੁਰੂ ਸਾਹਿਬ ਜੀ ਦੀ ਜਿਹੜੀ ਉਸਤਤੀ ਹੈ ਉੱਜਲ ਮਹਿਮਾ ਵਡਿਆਈ ਹੈ ਉਹ ਬੜੀ ਫੈਲੀ ਹੈ। ਕੀਰਤੀ ਤੇ ਉੱਜਲ ਵਡਿਆਈ ਸਭ ਕਰ ਰਹੇ ਹੈ। ਦਸ ਦਿਸ ਜੀਤੀ ਤੇਜ ਸਵਾਇਆ। ਕਹਿੰਦੇ ਆ ਵੀ ਗੁਰੂ ਸਾਹਿਬ ਜੀ ਨੇ ਦਸਾਂ ਦਿਸ਼ਾਵਾਂ ਹੀ ਜਿੱਤ ਲਈਆਂ। ਤੇਜ ਪ੍ਰਤਾਪ ਵਧਿਆ ਹੋਇਆ ਹੈ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਸਤਿਨਾਮ ਕਾ ਚੱਕਰ ਫਿਰਾਇਆ। ਸਤਿਨਾਮ ਵਾਹਿਗੁਰੂ ਦਾ ਵੀ ਸਤਿਗੁਰੂ ਜੀ ਨੇ ਚੱਕਰ ਫਿਰਾਇਆ ਹੈ। ਸਭ ਪਾਸੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਜਪਾਇਆ ਹੈ। ਪੀਰ ਅਮੀਰ ਜਗਤ ਮਹਿ ਜਈ। ਸੰਸਾਰ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਪੀਰ ਹੈ ਸਮਸਤ ਅੰਗਰੇਜ਼ ਵਰਗੇ ਹਮਜ਼ਾ ਗੋਸ਼ ਵਰਗੇ ਹੋਰ ਜਿਹੜੇ ਅਮੀਰ ਕਾਰੂ ਪਾਤਸ਼ਾਹ ਵਰਗੇ ਵਿਗੜੇ ਤਿਗੜੇ ਸਾਰੇ ਹੀ ਹਨ ਜੋ ਪਦ ਅਰਬਿੰਦ ਨਿਵਾਏ ਤੇ। ਗੁਰੂ ਸਾਹਿਬ ਜੀ ਨੇ ਵੱਡੇ ਵੱਡੇ ਪੀਰ ਵੱਡੇ ਵੱਡੇ ਧਨਾੜ ਸ਼ਾਹੂਕਾਰ ਵੀ ਸਾਰੇ ਆਪਣੇ ਚਰਨ ਕਮਲਾਂ ਉੱਪਰ ਨਿਵਾ ਦਿੱਤੇ ਹੈ। ਚਰਨੀ ਪਾ ਲਏ ਹਨ। ਪੰਡਿਤ ਔਰ ਪਖੰਡੀ ਗਿਆਨੀ। ਪੰਡਿਤ ਵਿਦਵਾਨ ਵੀ ਦੰਭੀ ਪਖੰਡੀ ਗਿਆਨੀ ਲੋਕ ਇਸੇ ਤਰ੍ਹਾਂ ਚੁੰਚ ਗਿਆਨੀ। ਵਿਦਿਆ ਬੇਤੇ ਦੇ ਅਭਿਮਾਨੀ। ਜੋ ਵਿਦਿਆ ਬੜੀ ਪੜ੍ਹੇ ਹੋਏ ਸਨ ਤੇ ਫਿਰ ਪੜ੍ਹ ਕੇ ਹੰਕਾਰੀ ਵੀ ਬੜੇ ਸਨ ਵੀ ਮੈਂ ਬੜਾ ਵਿਦਵਾਨ ਹਾਂ ਨਾਨੂ ਪੰਡਿਤ ਵਰਗੇ। ਕਰਾਮਾਤ ਯਤ ਆਪ ਜਣਾਇਆ। ਕਰਾਮਾਤ ਸਹਿਤ ਜਿਨ੍ਹਾਂ ਨੇ ਆਪਣਾ ਆਪ ਜਣਾਇਆ ਸੀ ਸਿੱਧਾਂ ਵਰਗਿਆਂ ਨੇ ਸਿੱਧਾ ਨਾਥਾਂ ਵਰਗਿਆਂ ਨੇ ਹਮਜ਼ਾ ਗੋਸ਼ ਵਰਗਿਆਂ ਨੇ ਵੀ ਸਾਡੇ 'ਚ ਬੜੀ ਸ਼ਕਤੀ ਹੈ। ਹੋਰ ਵੀ ਜਿਹੜੇ
ਆ ਬੰਗਾਲ ਦੀ ਖਾੜੀ ਵੱਲ ਕਾਮਰੂਪ ਦੇਸ਼ ਵਿੱਚ ਜਿਹੜੀਆਂ ਮਾਈਆਂ ਹੀ ਜਾਦੂ ਜਿਹਾ ਕਰ ਦਿੰਦੀਆਂ ਸਨ। ਇਹੋ ਜਿਹੀਆਂ ਜਿਹੜੇ ਬੜੇ ਕਰਾਮਾਤਾਂ ਦੇ ਸਹਿਤ ਆਪਣੇ ਆਪ ਨੂੰ ਜਿਹੜੇ ਜਲਾਲਦੀਨ ਪੀਰ ਵਰਗਿਆਂ ਨੇ ਵੀ ਜਣਾਇਆ ਸੀ। ਤਿਨ ਸਭ ਉਪਰ ਪ੍ਰਭ ਜਸ ਛਾਇਆ। ਇਹ ਉਹਨਾਂ ਸਾਰਿਆਂ ਦੇ ਉੱਪਰ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਸ ਛਾਇਆ ਹੋਇਆ। ਸਭ ਤੇ ਵੱਡਾ ਸਤਿਗੁਰੂ ਨਾਨਕੀ ਹੋਈ ਪਈ ਹੈ। ਜਿਉ ਸਿੱਧ ਗੋਰਖ ਸੰਗਾਰੇ। ਜਿਹੜੇ ਸਿੱਧਨਾਥ ਸਨ, ਗੋਰਖ ਦੇ ਨਾਲ ਵਾਲੇ, ਗੋਰਖ ਦੇ ਸਾਥੀ। ਚਰਚਾ ਕਰਤ ਸਰਬ ਤੇ ਹਾਰੇ। 84 ਸਿੱਧ ਗੋਰਖਨਾਥ ਨੌਨਾਥ ਸਣੇ ਚਰਚਾ ਮਹਾਰਾਜ ਜੀ ਨਾਲ ਕਰਦੇ ਰਹੇ। ਗਿਆਨ ਚਰਚਾ, ਸਰੀਰ ਦੇ ਸੰਬੰਧ ਵਿੱਚ ਹੋਰ ਕਈ ਤਰ੍ਹਾਂ ਦੀ ਚਰਚਾ। ਇਹ ਸਾਰੇ ਹਾਰ ਹੰਬ ਗਏ, ਥੱਕ ਰਹੇ ਹੈ। ਕਲਾ ਦਿਖਾਏ ਰਹੇ ਪਹਿਚਾਰੀ। ਕਲਾ ਦਿਖਾਏ ਰਹੇ ਪਚਹਾਰੀ। ਆਪਣੀਆਂ ਸ਼ਕਤੀਆਂ ਦਿਖਾ ਦਿਖਾ ਕੇ ਸਾਰੇ ਥੱਕ ਹਾਰ ਕੇ ਹੰਬ ਰਹੇ ਹੈ। ਸਭ ਥੱਕ ਗਏ, ਕੋਈ ਨਹੀਂ ਮਹਾਰਾਜ ਜੀ ਅੱਗੇ ਅੜ ਸਕਿਆ। ਚੱਲੀ ਨਾ ਕੁਛ ਭੇ ਲੱਜਤ ਭਾਰੀ। ਕੁਝ ਵੀ ਇਹਨਾਂ ਦੀ ਕਰਾਮਾਤ ਸ਼ਕਤੀ ਚੱਲੀ ਨਹੀਂ ਹੈ। ਸਿੱਧਾ ਨਾਥਾ ਪੀਰਾਂ ਪੈਗੰਬਰਾਂ ਦੀ ਸਾਰੇ ਬੜੇ ਲੱਜਤ ਹੀ ਸ਼ਰਮਿੰਦੇ ਹੀ ਹੋਏ ਐ। ਤਦਪ ਹੰਕਾਰ ਨਾ ਛੋੜਿਓ ਮਨ ਕੋ। ਫਿਰ ਵੀ ਕਹਿੰਦੇ ਵੀ ਆ ਹਾਰ ਹੰਬ ਗਏ ਕਈ ਵਾਰ ਸਿੱਧਨਾਥ ਚਰਚਾ ਕਰ ਕਰਕੇ। ਫਿਰ ਵੀ ਇਹਨਾਂ ਕਹਿੰਦੇ ਹੰਕਾਰ ਜਿਹੜਾ ਛੱਡਿਆ ਨਹੀਂ ਹੈ ਮਨ ਦਾ। ਜਗ ਮਨਤਾ ਵੱਡ ਗਰਭ ਸੋਜਨ ਕੋ। ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਆਪਣੀ ਮਨਤਾ ਪੂਜਾ ਦਾ ਵੀ ਸਾਨੂੰ ਬੜੇ ਲੋਕ ਮੰਨਦੇ ਪੂਜਦੇ ਆ, ਬੜਾ ਜਿਹੜਾ ਹੰਕਾਰ ਹੋਇਆ ਪਿਆ ਸੀ ਵੀ ਸਾਡੇ ਵਰਗਾ ਕਿਹੜਾ ਸ਼ਕਤੀਆਂ ਵਾਲਾ, ਜਿਨ੍ਹਾਂ ਦੇ ਅੱਗੇ ਸਾਰੇ ਝੁਕਦੇ ਆ। ਸਮੇਰ ਪਰਬਤ 'ਤੇ ਅਸੀਂ ਵਸਦੇ ਹਾਂ, ਥਾਂ ਥਾਂ 'ਤੇ ਰਟਨ ਕਰਦੇ ਸਿੱਧੀਆਂ ਸ਼ਕਤੀਆਂ ਨਾਲ। ਤਿਨ ਪੁਨ ਮਾਨ ਭੰਜਨੇ ਹੇਤਾ। ਉਹਨਾਂ ਦਾ ਮਾਣ ਹੰਕਾਰ ਨੂੰ ਭੰਨਣ ਵਾਸਤੇ। ਚਾਹਤ ਰਹਿਤ ਬੇਦੀ ਕੁਲ ਕੇਤਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਹਮੇਸ਼ਾ ਇਹ ਚਾਹੁੰਦੇ ਰਹਿੰਦੇ ਆ ਦਿਲ ਵਿੱਚ ਵੀ ਸਿੱਧਾਨਾਥਾਂ ਦਾ ਜਿਹੜਾ ਮਾਣ ਹੰਕਾਰ ਇਹਨਾਂ ਨੂੰ ਹੋਇਆ ਪਿਆ, ਕਈ ਵਾਰ ਲਾ ਦਿੱਤਾ ਹੈ, ਇਹ ਹਜੇ ਵੀ ਹਟੇ ਨਹੀਂ ਹੈ। ਅਤੇ ਇਹਨਾਂ ਦਾ ਵੀ ਮਾਣ ਹੰਕਾਰ ਨਾਸ਼ ਕਰ ਦੇਣਾ ਹੈ। ਇਹਨਾਂ ਨੂੰ ਭਾਵ ਭਗਤੀ ਦੇ ਰਸਤੇ 'ਤੇ ਪਾਉਣਾ, ਸਿੱਧੇ ਰਾਹ ਪਾਉਣਾ ਹੀ ਪਾਉਣਾ ਹੈ। ਜਿਵੇਂ ਗੁਰੂ ਸਾਹਿਬ ਜੀ ਜਿਸ 'ਤੇ ਤਰੁੱਠ ਪੈਣ ਉੱਧਰ ਮਾਰ ਖਹਿੜਾ ਨਹੀਂ ਛੱਡਦੇ ਹੁੰਦੇ। ਜਿਵੇਂ ਉਹ ਬਜ਼ੁਰਗ ਸੀ ਜਿਹੜਾ ਮੋਹ ਵਿੱਚ ਫਸਿਆ, ਉਹ 'ਤੇ ਮਹਾਰਾਜ ਤਰੁੱਠੇ ਸਨ ਤਾਂ ਬਾਰ-ਬਾਰ ਜਾਂਦੇ ਸੀ, ਨਹੀਂ ਤਾਂ ਗੁਰੂ ਜੀ ਨੇ ਕੀ ਲੈਣਾ ਸੀ। ਸਿੱਧਨਾਥ ਜਿਹੜੇ ਲੋਕ ਛਿਪ ਕੇ ਬੈਠੇ ਸਨ ਅਤੇ ਆਪਣੀ ਪੂਜਾ ਵਿੱਚ ਹੀ ਫਸੇ ਸੀ ਵੀ ਇਹਨਾਂ ਦਾ ਹੰਕਾਰ ਨਾਸ਼ ਕਰਨਾ, ਮਹਾਰਾਜ ਇਹੀ ਚਾਹੁੰਦੇ ਰਹਿੰਦੇ ਸਨ। ਵੇਖ ਫਕੀਰੀ ਤਜਿ ਸਰੀਰਾ। ਸਤਿਗੁਰੂ ਜੀ ਨੇ ਜਿਹੜਾ ਫਕੀਰਾਂ ਵਾਲਾ ਭੇਖ ਉਹ ਸਰੀਰ ਤੋਂ ਛੱਡ ਦਿੱਤਾ, ਭਾਵ ਕੰਖਾਏ ਜਿਹੜੇ ਭਗਵੇ ਕੱਪੜੇ ਉਹ ਉਤਾਰ ਦਿੱਤੇ ਐ। ਸੰਸਾਰੀ ਤਹਰੇ ਪੁਨ ਚੀਰਾ। ਸੰਸਾਰੀ ਗ੍ਰਸਤੀਆਂ ਵਾਲੇ ਜਿਹੜੇ ਚਿੱਟੇ ਕੱਪੜੇ ਐ ਉਹ ਫਿਰ ਪਹਿਨ ਲਏ ਆ ਕਰਤਾਰਪੁਰ ਸਾਹਿਬ ਆ ਕੇ। ਰਿਖੀ ਕਰਾਵਨ ਲੱਗੇ ਵਿਸਾਲਾ। ਆਪ ਮਹਾਰਾਜ ਜਿਹੜੀ ਹੈ ਖੇਤੀ ਫਿਰ ਕਰਾਉਣ ਲੱਗੇ ਬਹੁਤੀ। ਦੇਗ ਚੱਲਾ ਰਹਾ ਪਰਮ ਕਿਰਪਾਲਾ। ਉਹ ਖੇਤੀ ਕਾਹਨੂੰ ਮਹਾਰਾਜ ਕਰਾਉਣ ਲੱਗੇ ਆ, ਜਿਹੜੇ ਕਹਿੰਦੇ ਵੀ ਮਹਾਰਾਜ ਨੇ ਹਲ ਵਾਇਆ, ਖੇਤੀ ਕੀਤੀ, ਉਹ ਕੀਤਾ, ਇੱਦਾਂ ਕਹਿੰਦੇ ਨਾ ਵੀ ਅਸੀਂ ਵੀ ਖੇਤੀ ਕਰਦੇ, ਅਸੀਂ ਬੜੇ ਮਹਾਰਾਜ ਦੇ ਸਿਧਾਂਤ 'ਤੇ ਚੱਲਦੇ। ਉਹਨਾਂ ਨੂੰ ਹੁਣ ਸੁਣਨਾ ਚਾਹੀਦਾ ਵੀ ਮਹਾਰਾਜ ਖੇਤੀ ਕਰਨ ਲੱਗੇ ਬਹੁਤੀ ਕਾਹਦੇ ਵਾਸਤੇ। ਇਹ ਨਹੀਂ ਵੀ ਝੋਨਾ ਚੰਗੇ ਆੜ੍ਹਤੀਏ ਕੋ ਸੁੱਟਾਂਗੇ। ਮਹਾਰਾਜ ਨੇ ਤਾਂ ਖੇਤੀ ਕਰਦੇ, ਦੇਗ ਚਲਾਵ ਹੈ ਪਰਮ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਖੇਤੀ ਕਰਕੇ ਜਿੰਨਾ ਹੀ ਅੰਨ ਅਨਾਜ ਹੁੰਦਾ ਉਹਦਾ ਲੰਗਰ ਚਲਾਉਂਦੇ, ਵੇਚ ਕੇ ਖੱਟ ਕੇ ਪੈਸਾ ਨਹੀਂ ਕਮਾਉਂਦੇ। ਦਰਸ਼ਨ ਕਰਨ ਹੇਤ ਸਿੱਖ ਆਵਹਿ। ਦਰਸ਼ਨ ਕਰਨ ਵਾਸਤੇ ਸਿੱਖ ਬਹੁਤ ਉੱਥੇ ਆਉਂਦੇ, ਲੰਗਰ ਚਲਾਉਂਦੇ ਮਹਾਰਾਜ। ਕਿਤਕ ਰਹਾ ਘਰ ਕਿਤਕ ਸਦਾਵਹਿ। ਕੁਝ ਕਿਤੇ ਗੁਰੂ ਦਾ ਦਰਸ਼ਨ ਕਰਕੇ ਉੱਥੇ ਹੀ ਰਹਿ ਪੈਂਦੇ ਆ ਵੀ ਹੁਣ ਨਹੀਂ ਜਾਣਾ ਘਰ, ਇੱਥੇ ਰਹਿਣਾ ਕਰਤਾਰਪੁਰ ਸਾਹਿਬ ਹੀ ਮਹਾਰਾਜ ਜੀ ਦੇ ਚਰਨਾਂ 'ਚ ਹੀ ਸੇਵਾ ਕਰਨੀ, ਇੱਥੇ ਰਵਾਂਗੇ। ਕੁਝ ਕੁ ਜਿਹੜੇ ਉਹ ਘਰਾਂ ਨੂੰ ਚਲੇ ਜਾਂਦੇ, ਜਿਹੜੇ ਕੋਈ ਬਹੁਤੇ ਮੋਹ 'ਚ ਫਸੇ ਹੈ ਵੀ ਸਾਡੇ ਬਿਨਾਂ ਕਦੇ ਲੰਗਰ ਪਾਣੀ ਨਹੀਂ ਚੱਲਣਾ, ਘਰਦਿਆਂ ਦਾ ਪਤਾ ਨਹੀਂ ਕੀ ਹੋ ਜਾਣਾ ਜੇ ਅਸੀਂ ਇੱਥੇ ਰਹਿ ਗਏ। ਤੇ
ਇਹ ਕੁਝ ਕੁ ਡਾਂਗ ਤੇ ਡੇਰਾ ਹੀ ਰੱਖਦੇ, ਘਰਾਂ ਨੂੰ ਚਲੇ ਜਾਂਦੇ ਮੋਹੀ ਜੇ ਜਿਹੜੇ ਹਨ। ਸਵਾ ਜਾਮਨਸ ਰਹੇ ਸਦਾਈ। ਸਵਾ ਇੱਧਰ ਮਹਾਰਾਜ ਨੇ ਮਰਿਆਦਾ ਕਾਇਮ ਕੀਤੀ ਹੋਈ ਹੈ ਵੀ ਸਵਾ ਪਹਿਰ ਜਦੋਂ ਰਾਤ ਰਹਿ ਜਾਏ, ਭਾਵ 2 ਸਵਾ 2 ਵੱਜ ਜਾਣ ਤੇ ਹਮੇਸ਼ਾ ਹੀ ਸਵਾ ਪਹਿਰ ਰਾਤ ਰਹਿੰਦੇ ਆ। ਹੋਤ ਕੀਰਤਨ ਸਭ ਸੁਖਦਾਈ। ਸਾਰਿਆਂ ਨੂੰ ਸੁੱਖ ਦੇਣ ਵਾਲਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਸਾਰੇ ਸਿੱਖ ਗੁਰਬਾਣੀ ਪੜ੍ਹਦੇ ਸੁਣਦੇ ਹਨ ਅੰਮ੍ਰਿਤ ਵੇਲੇ ਬੈਠ ਕੇ। ਸਤਿਨਾਮ ਕੋ ਸਿਮਰਨ ਕਰਨਾ। ਸਭ ਨੂੰ ਹੀ ਦ੍ਰਿੜਾਇਆ ਭਾਈ, ਇੱਥੇ ਗੁਰੂ ਘਰ ਆ ਕੇ ਇੱਥੇ ਜੱਕੜ ਨਹੀਂ ਮਾਰਨੇ, ਚੁਗਲੀਆਂ ਨਿੰਦਾ ਨਹੀਂ ਕਰਨੀਆਂ। ਸਤਿਨਾਮ ਵਾਹਿਗੁਰੂ ਦਾ ਸਿਮਰਨ ਹਰ ਵਕਤ ਹੀ ਕਰਨਾ ਹੈ। ਗੁਰਬਾਣੀ ਪੜ੍ਹ ਸੁਣ ਕੇ, ਕੀਰਤਨ ਸੁਣ ਕੇ ਨਾਲੇ ਸੇਵਾ ਕਰਨੀ ਹੈ, ਨਾਲੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹੀ ਸਿਮਰਨ ਕਰਨਾ ਤੇ ਗੱਲਾਂ ਨਹੀਂ ਕਰਨੀਆਂ। ਇਹ ਉਪਦੇਸ਼ ਸਰਬ ਪ੍ਰਤ ਵਰਨਾ। ਇਹ ਸਾਰਿਆਂ ਦੇ ਇਹ ਉਪਦੇਸ਼ ਸਾਰਿਆਂ ਦੇ ਪ੍ਰਤੀ ਮਹਾਰਾਜ ਨੇ ਕਹਿਆ ਹੈ। ਪਹਿਲਾਂ ਵੀ ਕਿਹਾ ਸੀ ਜਦੋਂ ਮਹਾਰਾਜ ਜੀ ਕਰਤਾਰਪੁਰ ਵਸਾ ਕੇ ਗਏ ਸਨ, ਜਦੋਂ ਆਏ ਹੈ ਵਾਪਸ ਫਿਰ ਇਹੀ ਕਿਹਾ ਹੈ ਭਾਈ ਇੱਥੇ ਗੁਰੂ ਘਰ ਨਿੰਦਾ ਚੁਗਲੀ ਨਹੀਂ ਕਰਨੀ, ਝਗੜੇ ਨਹੀਂ ਕਰਨੇ ਹੈ, ਇੱਥੇ ਜਥੇਦਾਰੀਆਂ ਨਹੀਂ ਕਰਨੀਆਂ। ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਾ, ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰਨੀ ਹੈ। ਨੀਚ ਕੇ ਊਚ ਰਾਏ ਕਰੰਕਾਰ। ਨੀਚ ਹੋਵੇ ਕੋਈ ਉੱਚੀ ਜਾਤੀ ਦਾ, ਇਸੇ ਤਰ੍ਹਾਂ ਰਾਜਾ ਭਾਵੇਂ ਕੰਗਾਲ ਹੈ। ਸਿਮਰੇ ਤੇ ਜਮ ਜਾਏ ਆਤੰਕਾ। ਜਿਹੜਾ ਨਾਮ ਨੂੰ ਜਪੇਗਾ, ਉੱਚੀ ਜਾਤੀ ਵਾਲਾ ਭਾਵੇਂ ਨੀਵੀਂ ਜਾਤੀ ਵਾਲਾ, ਰਾਜਾ ਕੰਗਾਲ, ਤੇ ਉਹ ਸਿਮਰੇਗਾ, ਯਾਦ ਕਰੇਗਾ ਪਰਮੇਸ਼ਰ ਦੇ ਨਾਮ ਨੂੰ, ਉਹ ਅੰਤ ਦੇ ਸਮੇਂ ਜਿਹੜਾ ਜਮ ਦੇ ਘਰ ਨਹੀਂ ਜਾਏਗਾ। ਉਹਦਾ ਜਮਾਂ ਦਾ ਡਰ ਜਾਂਦਾ ਰਹੇਗਾ, ਜਮ ਦਾ ਡਰ ਨਹੀਂ ਉਹਨੂੰ ਲੱਗੇਗਾ। ਸ਼ੁੱਧ ਅਸ਼ੁੱਧ ਜਪੈ ਜੇ ਕੋਈ। ਮਹਾਰਾਜ ਇੱਥੇ ਉਹ ਗੱਲ ਕਹਿ ਰਹੇ ਜਿਹੜੀ ਅਸੀਂ ਆਮ ਹੀ ਲੋਕਾਂ ਨੂੰ ਕਹਿੰਦੇ ਰਹਿੰਦੇ ਹਾਂ। ਮਹਾਰਾਜ ਕਹਿੰਦੇ ਭਾਵੇਂ ਸ਼ੁੱਧ ਵੀ ਸ਼ੁੱਧ ਮਨ ਦੇ ਨਾਲ, ਮਨ ਟਿਕਾ ਕੇ, ਮਨ ਦੀ ਇਕਾਗਰਤਾ ਕਰਕੇ ਕੋਈ ਜਪੇ, ਭਾਵੇਂ ਅਸ਼ੁੱਧ ਮਨ ਨਾਲ, ਵੀ ਮਨ ਨਾ ਵੀ ਟਿਕੇ। ਕਈ ਕਹਿੰਦੇ ਨਾ ਜੀ ਬਾਣੀ 'ਤੇ ਪੜ੍ਹਦੇ ਆ, ਨਾਮ ਜਪਦੇ, ਮਨ 'ਤੇ ਟਿਕਦਾ ਨਹੀਂ। ਗੁਰੂ ਸਾਹਿਬ ਕਹਿੰਦੇ ਆ ਵੀ ਤੇਰਾ ਕੰਮ ਹੈ ਜਪਣਾ, ਮਨ ਟਿਕਾਉਣਾ ਗੁਰੂ ਦੇ ਹੱਥ ਵੱਸ ਹੈ। ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਦੀ ਤੂੰ ਕਥਾ ਸੁਣ। ਉਹ ਗੁਰੂ ਦਾ ਉਪਦੇਸ਼ ਰੂਪੀ ਜਦੋਂ ਡੰਡਾ ਵੱਜੇਗਾ ਮਨ ਰੂਪੀ ਸੱਪ ਦੇ, ਆਪੇ ਦੀ ਸਿਰੀ ਫਿਸ ਜਾਏਗੀ। ਮਨ ਮਰ ਗਿਆ ਤੇ ਭਗਤ ਹੋ ਜਾਣੀ ਹੈ। ਮਨ ਮਾਰੇ ਮੈਨੂੰ ਭਗਤ ਨਾ ਹੋਈ, ਆਪੇ ਫਿਰ ਮਨ ਵੀ ਖਤਮ ਹੋ ਜਾਣਾ। ਤੂੰ ਨਾਮ ਜਪੀ ਜਾ, ਮਨ ਨੇ ਆਪੇ ਹੀ ਆ ਜਾਣਾ ਟਿਕਾਣੇ 'ਤੇ। ਸ਼ੁੱਧ ਅਸ਼ੁੱਧ ਜਪੈ ਜੇ ਕੋਈ, ਭਾਵੇਂ ਮਨ ਦੀ ਇਕਾਗਰਤਾ ਨਾਲ ਜਪੇ, ਭਾਵੇਂ ਮਨ ਨਹੀਂ ਵੀ ਟਿਕਦਾ ਤਾਂ ਵੀ ਜੇ ਜਪੇਗਾ। ਮਨ ਵਿਕਾਰ ਤੇ ਨਿਰਮਲ ਹੋਈ। ਉਸ ਤੇ ਨਾਮ ਜਪਣੇ ਕਰਕੇ ਕਿਰਪਾ ਹੋ ਜਾਏਗੀ ਕਿ ਮਨ ਦੇ ਜਿਹੜੇ ਮੰਦੇ ਵਿਕਾਰ ਹੈ ਉਹ ਖਤਮ ਹੋ ਜਾਣਗੇ ਤੇ ਉਹਦਾ ਮਨ ਨਿਰਮਲ ਉਜਲ ਹੋ ਜਾਏਗਾ। ਪ੍ਰਾਪਤ ਗਿਆਨ ਬੰਦ ਸਭ ਖੋਏ। ਆਤਮਾ ਦਾ ਗਿਆਨ, ਬ੍ਰਹਮ ਗਿਆਨ ਪ੍ਰਾਪਤ ਹੋ ਜਾਏਗਾ। ਮੋਹ ਮਮਤਾ ਦੇ ਸੰਸਾਰੀ ਬੰਧਨ ਹੀ ਸਭ ਖੋ ਲਏਗਾ, ਉਹ ਪੁਰਸ਼ ਨਾਸ ਕਰ ਲਏਗਾ। ਇਹ ਸਮਨਹ ਸੁਖਾਨ ਕਲ ਕੋਏ। ਭਾਈ ਕਲਯੁਗ ਦੇ ਵਿੱਚ, ਕਲਯੁਗ ਰਾਮ ਨਾਮ ਹੈ ਵਡਿਆਈ। ਕਲਯੁਗ ਮੈਂ ਰਾਮ ਨਾਮ ਵਡਿਆਈ, ਨਾਮ ਦੀ ਵਡਿਆਈ ਹੈ। ਕਲਯੁਗ ਦੇ ਵਿੱਚ ਇਹਦੇ ਸਮਾਨ ਬਰਾਬਰ ਦਾ ਕੋਈ ਸੌਖਾ ਤਰੀਕਾ ਸਾਧਨ ਹੈ ਨਹੀਂ ਹੈ ਕਿ 2 ਪ੍ਰਸ਼ਾਦੇ ਛਕ ਕੇ ਗੁਰੂ ਕੀ ਸੰਗਤ ਵਿੱਚ ਆ ਕੇ ਚੌਂਕੜਾ ਮਾਰ ਕੇ ਨਾਮ ਜਪ ਲੈਣਾ। ਤੇ ਉਧਰ ਤੇ ਹੈਗਾ ਨਾ ਇੱਕ ਹੱਠ ਯੋਗ, ਇਹ ਭਗਤੀ ਯੋਗ ਹੈ ਵੀ ਸਿੱਧਾ ਨਾਮ ਜਪ ਲੈਣਾ, ਪ੍ਰਸ਼ਾਦੇ ਛਕ ਕੇ ਚੌਂਕੜਾ ਮਾਰ ਕੇ ਗੁਰੂ ਕੀ ਸੰਗਤ ਵਿੱਚ ਜਾਂ ਇਕੱਲਿਆਂ ਵੀ। ਉਧਰ ਹੈਗਾ ਇੱਕ ਹੱਠ ਯੋਗ ਵੀ ਉਹ ਬੜਾ ਕਰਨਾ ਔਖਾ। ਪਹਿਲਾਂ ਤੇ ਨੇਤੀ ਧੋਤੀ ਬਸਤੀ ਆਦਿ ਦੀ ਕਿਰਿਆ ਕਰਨੀ, ਭੁੱਖੇ ਰਹਿਣਾ, ਫਿਰ ਜਿਹੜਾ ਹੈ ਵੀ ਸਰੀਰ ਦੀ ਸ਼ੁੱਧੀ ਕਰਨੀ, ਨਾਸਾਂ ਸਾਫ਼ ਕਰਨੀਆਂ, ਧਾਗੇ ਅੰਦਰ ਦੀ ਘਲ ਘਲ ਕੇ, ਇਸੇ ਤਰ੍ਹਾਂ ਰੇਸ਼ਮ ਦੇ ਕੱਪੜਿਆਂ ਦੇ ਰਾਹੀਂ ਫੇਫੜੇ ਸਾਫ਼ ਕਰਨੇ, ਗਲ ਥਾਣੀ ਟਾਕੀਆਂ ਘਲ ਘਲ ਕੇ, ਵਾਂਸ ਦੀ ਪੋਰੀ ਰਾਹੀਂ ਪਿੱਠ ਪਿੱਛੋਂ ਸਫਾਈ ਕਰਨੀ, ਅਤੇ ਜ਼ੁਬਾਨ ਖਿੱਚ ਖਿੱਚ ਕੇ ਲੰਬੀ ਕਰਨੀ ਵੀ ਸਵਾਸ ਨਾ ਬਾਹਰ ਨਿਕਲਣਾ, ਸਵਾਸ ਬੰਦ ਕਰਨੀ ਹੁੰਦੀ ਦਸਮ ਦਵਾਚ ਵਿੱਚ ਚੜ੍ਹਾਉਣ ਵਾਸਤੇ। ਹੋਰ ਕੰਨਾਂ ਦੀ ਸਫਾਈ ਕਰਨੀ, ਸਰੀਰ ਦੀ ਸਫਾਈ ਕਰਨੀ,
ਕਈ ਦਿਨ ਭੁੱਖੇ ਰਹਿਣਾ, ਸਫਾਈਆਂ ਕਰਦੇ ਰਹਿਣਾ। ਫਿਰ ਜਾ ਕੇ ਜਿਹੜੀ ਹੈ 3.5 ਵਾਲ ਮਾਰ ਕੇ ਭੁਜੰਗਮਾ ਨਾੜੀ ਪਿੱਠ ਦੇ ਪਿੱਛੇ ਸੱਪ ਵਾਂਗ ਇਕੱਠੀ ਹੋਈ ਬੈਠੀ ਹੈ। ਅਤੇ ਚੰਦਰਮਾ ਦੀ ਅਤੇ ਸੂਰਜ ਦੀ ਖੱਬੀ ਸੱਜੀ ਸੁਰ ਦੇ ਰਾਹੀਂ, ਨੱਕ ਦੀ ਰਾਹੀਂ ਸਵਾਸ ਚੜ੍ਹਾਉਣੇ, ਜਾਪ ਕਰ ਕਰਕੇ ਭੁਜੰਗਮਾ ਨਾੜੀ ਨੂੰ ਸਿੱਧਿਆਂ ਕਰਨਾ। ਉਹਦੇ ਵਿੱਚ ਜਿਹੜੀ ਹੈ ਸੂਰਜ ਦੀ ਸੁਰ ਰਾਹੀਂ ਉਹ ਕਰਨਾ ਹੁੰਦਾ, ਅਤੇ ਉਹ ਜਿਸ ਕਰਕੇ ਉਹਦੇ ਵਿੱਚ ਜਿਹੜੀ ਮਿੱਝ ਜੰਮੀ ਹੁੰਦੀ ਮੈਲ ਉਹ ਨਿਕਲ ਜਾਂਦੀ। ਫਿਰ ਭੁਜੰਗਮਾ ਨਾੜੀ 6 ਚੱਕਰ ਵਿੰਨ ਕੇ ਸਿੱਧੀ ਹੁੰਦੀ ਸੁਖਮਣਾ ਨਾੜੀ ਦੇ ਰਾਹੀਂ, ਸਿੱਧਾ ਹੀ ਦਸਮ ਦੁਆਰ ਨੂੰ 6 ਚੱਕਰ ਵਿੰਨ ਕੇ ਜਦੋਂ ਸਿੱਧੀ ਕਾਨੇ ਵਾਂਗ ਡੰਡੇ ਵਾਂਗ ਹੋ ਜਾਂਦੀ। ਫਿਰ ਦਸਮ ਦੁਆਰ 'ਚ ਸਵਾਸ ਚੜ੍ਹਾਏ ਜਾਂਦੇ ਅਤੇ ਉੱਥੇ ਸਵਾਸ ਚੜ੍ਹਾ ਕੇ ਫਿਰ ਜਾ ਕੇ ਉਸ ਜੋਤ ਦਾ ਕੁਝ ਗਿਆਨ ਹੁੰਦਾ। ਇਵੇਂ ਵੀ ਉਹ ਤਾਂ ਲੰਬੀ ਉਮਰ ਚਾਹੀਦੀ ਹੈ ਅਤੇ ਹੱਠ ਜੋ ਕਰਨਾ ਵੀ ਕਠਿਨ ਹੈ, ਕਈ ਦਿਨ ਲੱਗਦੇ ਹੈ, ਕਈ ਸਾਧਨ ਕਰਨੇ ਪੈਂਦੇ ਹੈ। ਫਿਰ ਪਦਮ ਆਸਣ ਲਾਉਣਾ ਬੜਾ ਔਖਾ। ਇੱਥੇ ਤਾਂ ਚੌਂਕੜਾ ਸਿੱਧਾ ਨਹੀਂ ਵੱਜਦਾ, ਪਦਮ ਆਸਣ ਕਿਹਨੇ ਲਾਉਣਾ? ਅੰਗੂਠੇ ਇੱਧਰ ਉੱਧਰ ਫੜ ਕੇ ਕਮਲ ਆਸਣ, ਪਦਮ ਆਸਣ, ਸਿੱਧ ਆਸਣ, 84 ਪ੍ਰਕਾਰ ਦੇ ਆਸਣ ਉਹ ਲਾਉਣੇ ਬੜੇ ਔਖੇ ਹੈ। ਮਹਾਰਾਜ ਕਹਿੰਦੇ ਇਸ ਕਲਯੁੱਗ ਦੇ ਸਮੇਂ ਵਿੱਚ ਇਸ ਤੋਂ ਸੌਖਾ ਕੋਈ ਹੋਰ ਸਾਧਨ ਨਹੀਂ ਹੈ ਵੀ 2 ਪ੍ਰਸ਼ਾਦੇ ਛਕ ਕੇ ਗੁਰੂ ਕੀ ਸੰਗਤ ਵਿੱਚ ਆ ਜਾਣਾ, ਇੱਥੇ ਕਥਾ ਕੀਰਤਨ ਸੁਣਨਾ, ਨਾਮ ਜਪਣਾ, ਫਿਰ ਦਿਨ ਚੜ੍ਹੇ ਆਪਣੇ ਕੰਮ ਕਿਰਤ ਕਰਦਿਆਂ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਸ਼ਾਮ ਦੇ ਸਮੇਂ ਫਿਰ ਪਰਮੇਸ਼ਰ ਦੀ ਵਾਹਿਗੁਰੂ ਦੀ ਸੰਗਤ ਵਿੱਚ ਜੁੜਨਾ, ਸੌਂਦਿਆਂ ਫਿਰ ਨਾਮ ਜਪਣਾ। ਇਵੇਂ ਨਾਮ ਜਪਣਾ ਇਹ ਤੋਂ ਸੌਖਾ ਤਰੀਕਾ ਕਲਯੁੱਗ ਵਿੱਚ ਹੈ ਨਹੀਂ ਹੈ ਕੋਈ ਭਾਈ। ਸੁਣ ਉਪਦੇਸ਼ ਸਿੱਖ ਵਡ ਭਾਗੀ, ਸੁਣ ਕੇ ਉਪਦੇਸ਼ ਸਤਿਗੁਰੂ ਜੀ ਦਾ ਜੋ ਸਿੱਖ ਵੱਡਿਆਂ ਭਾਗਾਂ ਵਾਲੇ ਹਨ। ਭਗਤ ਪ੍ਰੇਮਾ ਰੰਗੇ ਲਿਵ ਲਾਗੀ, ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਦੇ ਵਿੱਚ ਰੰਗੇ ਗਿਆ ਅਤੇ ਮਨ ਦੀ ਬਿਰਤੀ ਦੀ ਲਿਵ ਲੱਗ ਗਈ ਹੈ। ਮੁਕਤ ਉਚਿਤ ਪੈ ਮਨ ਅਨੇਕਾ, ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਕੁਝ ਜਿਹੜੇ ਅਨੇਕਾਂ ਮਨੁੱਖ, ਅਨੇਕਾਂ ਸਿੱਖ ਨਾਮ ਜਪ ਕੇ ਮੁਕਤੀ ਦੇ ਯੋਗ ਹੋ ਗਏ ਹਨ। ਰਹੇ ਅਲੇਖ ਸੋ ਪਾਏ ਵਿਵੇਕਾ, ਵਿਵੇਕ ਗਿਆਨ ਪਾ ਕੇ ਨਾਮ ਜਪਣੇ ਕਰਕੇ ਗਿਆਨ ਪਾ ਲਿਆ, ਜੀਵ ਈਸ਼ ਦੀ ਏਕਤਾ ਦਾ ਗਿਆਨ ਪਾ ਲਿਆ, ਸਵੈ ਸਰੂਪ ਦਾ ਗਿਆਨ ਪਾ ਲਿਆ, ਆਤਮ ਗਿਆਨ ਪਾ ਲਿਆ, ਬ੍ਰਹਮ ਗਿਆਨ ਪਾ ਲਿਆ ਹੈ। ਜਿਸ ਕਰਕੇ ਅਲੇਪ ਰਹਿੰਦੇ ਹੈ, ਘਰ ਵਿੱਚ ਰਹਿੰਦੇ ਆ ਨਿਰਲੇਪ ਰਹਿੰਦੇ। ਆ ਜਿਵੇਂ ਕਮਲ ਫੁੱਲ ਚਿੱਕੜ ਵਿੱਚ ਰਹਿ ਕੇ ਉੱਚਾ ਰਹਿੰਦਾ, ਉੱਚੇ ਹੋ ਕੇ ਰਹਿ ਰਹੇ ਉਹ। ਫਿਰ ਉਹ ਜਿਵੇਂ ਇਕੱਲਾ ਹੁੰਦਾ ਨਾ ਮਨੁੱਖ, ਘਰ ਵਿੱਚ ਬੋਲਦਾ ਚਾਲਦਾ ਨਹੀਂ, ਐਵੇਂ ਨਿਰਲੇਪ ਹੋ ਕੇ ਰਹਿ ਰਹੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਅਵਸਥਾ ਬਣਾ ਲਈ ਉਹਨਾਂ ਨੇ, ਅਰਲੇਪ ਹੀ ਰਹਿ ਰਹੇ, ਘਰ ਵਿੱਚ ਰੌਲਾ ਰੂਲਾ ਬੰਦ ਕਰ ਦਿੱਤਾ ਉਹਨਾਂ। ਦੋਹਰਾ ਨਿਜ ਪੁਰ ਸੁਨ ਚਟ ਆਤ ਪਾ, ਇੱਧਰ ਆਪਣੀ ਪੁਰੀ ਜਿਹੜੀ ਪੱਖੋਂ ਕੇ ਰੰਧਾਵਾ ਹੈ ਉੱਥੋਂ ਸੁਣ ਕੇ ਜਿਹੜਾ ਬੜੀ ਛੇਤੀ ਆ ਗਿਆ ਹੈ। ਨਾਮ ਅਜਿੱਤਾ ਜਾਸ, ਜਿਸ ਦਾ ਨਾਮ ਅਜਿੱਤਾ ਚੌਧਰੀ ਸੀ, ਹਿੱਤੇ ਪੈਂਜ ਦਾ ਇਹ ਪੁੱਤਰ ਸੀ। ਇਹ ਪੱਖੋਂ ਕੇ ਰੰਧਾਵਾ ਵਿੱਚ ਚੌਧਰੀ ਸੀ ਜੋ ਇਹ ਆਪਣੀ ਪੂਰੀ ਬਟਾਲੇ ਵਿਖੇ ਸੁਣ ਕੇ ਵੀ ਗੁਰੂ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਗਏ ਵਾਪਸ, ਸੁਣ ਕੇ ਝਾਟੀ ਪਾਟੀ ਆ ਗਿਆ ਹੈ। ਜਗਤੇਸ਼ਵਰ ਪਦ ਕਮਲ ਕੋ, ਜਗਤ ਦੇ ਈਸ਼ਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦਾ ਭ੍ਰਮਰ ਕੀਨ ਮਨ ਜਾਸ, ਜਿਸ ਜਿੱਤੇ ਚੌਧਰੀ ਨੇ ਆਪਣਾ ਮਨ ਨੂੰ ਭੌਰਾ ਕੀਤਾ ਹੋਇਆ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ। ਜੋ ਪਈ ਕਿਤਕ ਦਿਵਸ ਤਹ ਰਾਤ ਗੁਜ਼ਾਰੇ, ਕੁਝ ਕੁ ਦਿਨ ਜਿਹੜੇ ਹੈ ਉੱਥੇ ਕਰਤਾਰਪੁਰ ਸਾਹਿਬ ਰਹਿੰਦੇ ਸਤਿਗੁਰੂ ਜੀ ਨੇ ਗੁਜ਼ਾਰੇ ਲੰਘਾਏ ਹੈ। ਬੰਦ ਅਨੇਕਨਾ ਕੇ ਨਿਰਵਾਰੇ, ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਅਨੇਕਾਂ ਹੀ ਜਿਹੜੇ ਸਿੱਖ ਸੇਵਕ ਆਉਂਦੇ ਉਹਨਾਂ ਦੇ ਮੋਹ ਮਮਤਾ ਦੇ ਬੰਧਨ ਮਹਾਰਾਜ ਨੇ ਨਿਵਰਤ ਕੀਤੇ, ਦੂਰ ਕੀਤੇ ਹੈ। ਬਾਹਰ ਸਮਾਂ ਆਇਓ ਸ਼ਿਵਰਾਤਰੀ, ਫਿਰ ਜਿਹੜਾ ਸਮਾਂ ਸ਼ਿਵਰਾਤਰੀ ਦਾ ਆ ਗਿਆ, ਮੇਲਾ ਅਚਲ ਹੋਤ ਭਲ ਭਾਂਤੀ, ਜੋ ਮਹਾਰਾਜ ਜੀ ਬਟਾਲੇ ਤੋਂ ਬਾਰ-ਬਾਰ ਅਚਲ ਮੰਦਰ ਹੈ ਅਤੇ ਉੱਥੇ
ਚੰਗੀ ਤਰ੍ਹਾਂ ਨਾਲ ਜੋੜ ਮੇਲਾ ਲੱਗਦਾ ਹੁੰਦਾ ਸੀ। ਸਰਬ ਸਿੱਧ ਤਹ ਆਸਨ ਲਾਏ। ਐਵੇਂ ਜਦੋਂ ਭਗਵਾਨ ਜੀ ਨੇ ਮੋਹਣੀ ਅਵਤਾਰ ਧਾਰਨ ਕੀਤਾ ਸੀ ਤੇ ਸ਼ਿਵ ਜੀ ਕਹਿੰਦੇ ਸਨ ਮੈਨੂੰ ਆਪਣਾ ਮੋਹਣੀ ਅਵਤਾਰ ਦਿਖਾਓ। ਤੇ ਉਸ ਵੇਲੇ ਜਦੋਂ ਭਗਵਾਨ ਜੀ ਨੇ ਆਪਣਾ ਉਹ ਮੋਹਣੀ ਅਵਤਾਰ ਸਰੂਪ ਦਿਖਾਇਆ ਤੇ ਸ਼ਿਵ ਜੀ ਦਾ ਬਿੰਦ ਪਤਨ ਹੋ ਗਿਆ ਸੀ। ਉਹ ਜਿਹੜਾ ਬਿੰਦ ਪਤਨ ਹੋਇਆ ਤੇ ਗੋਹੇ ਵਿੱਚ ਮਿਲਿਆ, ਉਹ ਤੋਂ ਪੈਦਾ ਹੋਇਆ ਗੋਰਖਨਾਥ। ਤੇ ਗੋਰਖਨਾਥ ਦੇ ਇਹ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ਼ਿਵਰਾਤਰੀ ਲੱਗਦੀ ਹੈ। ਇਸੇ ਤਰ੍ਹਾਂ ਵੀ ਜਿਹੜੇ ਸ਼ਿਵ ਜੀ ਹੈ ਉਹਨਾਂ ਦੀ ਪਿਆਰੀ ਹੈ ਦੁਰਗਾ ਦੇਵੀ ਦੇ ਜਿਹੜੇ ਮੰਗਲਮੈ ਰਾਤਰੀ ਫੱਗਣ ਦੇ ਮਹੀਨੇ 'ਚ ਉਹ ਲੱਗਦੀ ਸੀ। ਅਤੇ ਜਿਹੜੇ ਕੋਈ ਸ਼ਿਵ ਜੀ ਨੂੰ ਪ੍ਰਧਾਨ ਦੇਵਤਾ ਮੰਨਦੇ ਆ ਉਹ ਇਸ ਦਿਨ ਉਤਸਵ ਮਨਾਉਂਦੇ ਸ਼ਿਵਰਾਤਰੀ ਵਾਲੇ ਦਿਨ। ਸੋ ਰਹੋ ਵਿਚਾਰ ਵੀ ਇਸ ਦਿਨ ਸ਼ਿਵਰਾਤਰੀ ਦਾ ਮੇਲਾ ਹੁੰਦਾ ਸੀ। ਸਾਰੇ ਸਿੱਧ ਗੋਰਖਨਾਥ ਦੇ ਚੇਲੇ ਭੰਗਰਨਾਥ ਮੰਗਲਨਾਥ ਆਦਿਕ ਇੱਥੇ ਆਣ ਕੇ ਉਹਨਾਂ ਨੇ ਆਸਣ ਲਾ ਲਏ ਅਚਲ ਵਟਾਲੇ। ਬੈਠ ਜਬ ਪੂਜਹ ਨਰ ਆਏ। ਜਦੋਂ ਬੈਠੇ ਆ ਕੇ ਤੇ ਬਟਾਲੇ ਸ਼ਹਿਰ ਦੇ ਲੋਕ ਆਉਂਦੇ ਜਾਂਦੇ ਸੀ। ਉੱਥੇ ਮੰਦਰ ਵਿੱਚ ਬਹੁਤ ਪੁਰਸ਼ ਆਣ ਕੇ ਪੂਜਾ ਕਰਨ ਲੱਗੇ, ਇਹਨਾਂ ਦੀ ਮੰਨਤਾ ਕਰਨ ਲੱਗੇ। ਤਿਹ ਦਿਨ ਮੰਨਤਾ ਹੋਤ ਵਧੇਰੀ। ਗੁਰੂ ਅੰਗਦ ਦੇਵ ਸਾਹਿਬ ਜੀ ਉਹ ਸ਼ਿਵਰਾਤਰੀ ਵਾਲੇ ਮੇਲੇ ਦੇ ਦਿਨ ਇਹਨਾਂ ਸਿੱਧਾਂ ਦੀ ਬਹੁਤ ਮੰਨਤਾ ਪੂਜਾ ਹੁੰਦੀ ਸੀ। ਭੇਟ ਚੜਾਵਹ ਆਨ ਕਨੇਰੀ। ਇਹਨਾਂ ਲੋਕ ਆਣ ਕੇ ਬਹੁਤੀਆਂ ਭੇਟਾਂ ਚੜਾਉਂਦੇ ਸਨ ਤਰ੍ਹਾਂ ਦੀਆਂ। ਸਿੱਧਨ ਮੇਲਾ ਲੱਖ ਜਗਨਾਥਾ। ਇੱਧਰ ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਦਾ ਮੇਲਾ ਇਹ ਜਾਣ ਕੇ ਵੀ ਅਚਲ ਬਟਾਲੇ ਜਿਹੜਾ ਸ਼ਿਵਰਾਤਰੀ ਦਾ ਮੇਲਾ ਲੱਗ ਰਿਹਾ ਹੈ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਇਵੇਂ ਮਹਾਰਾਜ ਅਚਲ ਬਟਾਲੇ ਦਾ ਮੇਲਾ ਜਾਣ ਕੇ ਗਮਨ ਕੀਨ ਕਛ ਸਿੱਖ ਲੈ ਸਾਥਾ। ਕੁਝ ਸਿੱਖ ਜਿਹੜੇ ਨਾਲ ਲੈ ਕੇ ਭਾਈ ਬਾਲੇ ਦੇ ਸਮੇਤ ਤੇ ਚੱਲਣਾ ਕੀਤਾ ਬਟਾਲੇ ਸ਼ਹਿਰ ਨੂੰ। ਤਿਹ ਸ਼ਿਨ ਹੋਤ ਜਿੱਤਾ ਪਾਸੋ। ਉਸੇ ਸਮੇਂ ਅਜਿੱਤਾ ਚੌਧਰੀ ਜੋ ਬਟਾਲੇ ਦੇ ਕੋਲ ਹੀ ਪੱਖੋਗੇ ਰੰਧਾਵਾ ਦਾ ਸ੍ਰੀ ਕਰਤਾਰਪੁਰ ਸਾਹਿਬ ਇੱਕ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਗਿਆ ਹੋਇਆ ਸੀ, ਉਹ ਵੀ ਕੋਲ ਹੀ ਸੀ। ਸੋ ਪੀ ਗਇਓ ਸੰਗ ਸੁਖ ਰਾਸੋ। ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਨਾਲ ਉਹ ਵੀ ਉੱਥੇ ਹੀ ਚਲਾ ਗਿਆ। ਭਾਈ ਬਾਲਾ ਜੀ ਵਿੱਚ ਆਪਣਾ ਨਹੀਂ ਕਹਿ ਰਹੇ, ਉਂਝ ਭਾਈ ਬਾਲਾ ਜੀ ਵੀ ਨਾਲ ਹੀ ਗਏ ਸਨ। ਪਹੁੰਚੇ ਤਹਾਂ ਜਾਏ ਕੀ ਡੇਰਾ। ਉੱਥੇ ਅਚਲ ਮੰਦਰ ਦੇ ਜਿੱਥੇ ਅੱਜ ਕੱਲ੍ਹ ਤਲਾਅ ਬਣਿਆ ਹੋਇਆ, ਤਲਾਅ ਦੀ ਥੋੜ੍ਹੀ ਵਿੱਥ 'ਤੇ ਸਤਿਗੁਰੂ ਜੀ ਜਿੱਥੇ ਬਿਰਾਜਮਾਨ ਹੋਏ ਸਿੱਧਾਂ ਨਾਲ ਚਰਚਾ ਹੋਈ ਸੀ। ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਅਤੇ ਥੜਾ ਸਾਹਿਬ ਵੀ ਉੱਥੇ ਸੁਭਾਏਮਾਨ ਜਿਸ 'ਤੇ ਸਤਿਗੁਰੂ ਜੀ ਬਿਰਾਜਮਾਨ ਸਨ। ਮਹਾਰਾਜ ਜੀ ਨੇ ਅਚਲ ਬਟਾਲੇ ਜਾ ਕੇ ਤੇ ਆਪਣਾ ਡੇਰਾ ਕਰ ਲਿਆ ਪਹੁੰਚ ਕੇ। ਭੀ ਰਜਨੀ ਅਤ ਅਧਿਕ ਅੰਧੇਰਾ। ਰਾਤ ਹੋ ਗਈ ਤੇ ਬਹੁਤ ਗੂੜਾ ਹਨੇਰਾ ਹੋ ਗਿਆ। ਤਿਹ ਸ਼ਨ ਵੱਡੀ ਅੰਧੇਰੀ ਆਈ। ਉਸ ਸਮੇਂ ਬੜੀ ਤਗੜੀ ਅੰਨੀ ਹਨੇਰੀ ਆਈ ਤੇਜ਼ੀ ਨਾਲ। ਜਿਹ ਬਹੁ ਕੰਕਰ ਧੂੜ ਉਡਾਈ। ਜਿਸ ਹਨੇਰੀ ਅੰਨੀ ਨੇ ਕਹਿੰਦੇ ਬਹੁਤ ਹੀ ਕੰਕਰਾਂ ਤੇ ਧੂੜ ਮਿੱਟੀ ਜੀ ਉਡਾਈ ਹੈ। ਕਰਕਾ ਕੀ ਬਹੁ ਬਰਖਾ ਵਰਖੀ। ਫਿਰ ਬਾਰਿਸ਼ ਚਾਲੂ ਹੋ ਗਈ, ਗਣਿਆਂ ਦੀ ਬਹੁਤ ਹੀ ਵਰਖਾ ਜਿਹੜੀ ਵਰਖੀ ਹੈ, ਬੜਾ ਮੀਂਹ ਪਿਆ, ਬੜੀ ਵਰਖਾ ਹੋਈ ਹੈ। ਕਰਕੀ ਤੜਤ ਨਰਨ ਧ੍ਰਿਤ ਧਰਖੀ। ਬਿਜਲੀ ਅਸਮਾਨ ਵਿੱਚ ਕੜਕੀ ਹੈ, ਤੜ ਕਰਕੇ ਮਨੁੱਖਾਂ ਦੀ ਜਿਹੜੀ ਧੀਰਜ ਹੈ ਉਹ ਚਲੀ ਗਈ, ਉਹ ਰਹੀ ਨਹੀਂ ਹੈ। ਪੱਤਰੀ ਪਰ ਪੱਤਰੀ ਜੇ ਵਾਸਾ। ਪੱਤਰੀ ਕਹੀਏ ਬ੍ਰਿਸ਼ਾਂ ਉੱਪਰ ਪੱਤਰੀ ਜੇ ਵਾਸਾ ਜਿਹੜੇ ਪੰਛੀ ਵਸਦੇ ਸਨ। ਭਇਓ ਸਮਾ ਤਿਹ ਸਭ ਕੋ ਨਾਸਾ। ਉਹ ਸਮੇਂ ਕਹਿੰਦੇ ਉਹ ਸਾਰੇ ਪੰਛੀਆਂ ਦੇ ਨਾਸ ਹੋ ਗਿਆ ਸੀ। ਹਨੇਰੀ ਆਈ ਤੇ ਐਸੀ ਬਿਜਲੀ ਕੜਕੀ, ਸਾਰੇ ਪੰਛੀ ਢੇਰੀ ਹੋ ਕੇ ਡਿੱਗ ਪਏ ਥੱਲੇ। ਬੋਹਰੋ ਭੋਰ ਜਬ ਹੋਏ ਆਈ। ਫਿਰ ਜਦੋਂ ਸਵੇਰ ਹੋ ਆਈ, ਦਿਨ ਚੜ੍ਹ ਆਇਆ ਹੈ। ਮੇਲਾ ਬਹੁਤ ਭਇਓ ਇਕ ਠਾਈ। ਇੱਕ ਥਾਂ ਕਹੀਏ ਉਹ ਅਚਲ ਮੰਦਰ ਦੇ ਕੋਲ
ਬਹੁਤ ਭਾਰੀ ਜੋੜ ਮੇਲਾ ਇਕੱਠਾ ਹੋ ਗਿਆ। ਉੱਚੇ ਇੱਕ ਬਿਲੋਕ ਸ਼ਬ ਸਥਾਨਾ, ਜਿੱਥੇ ਅੱਜ ਸੁਭਾਏਮਾਨ ਹੈ ਥੜਾ ਸਾਹਿਬ, ਉਸ ਚੰਗੀ ਥਾਂ ਦੇ ਕੇ ਉੱਚੀ ਜੀ ਸਤਿਗੁਰੂ ਜੀ ਤਹਾਂ ਬੈਠ ਗਏ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਉੱਚੀ ਥਾਂ ਸੋਹਣੇ ਥੜਾ ਸਾਹਿਬ ਤੇ ਬੈਠ ਗਏ। ਗੁਰ ਆਗਮਨ ਸੁਨ ਹੈ ਨਰ ਜੋਈ, ਜਿਹੜਾ ਵੀ ਪੁਰਸ਼ ਸਤਿਗੁਰੂ ਜੀ ਦਾ ਆਉਣਾ ਸੁਣਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਾਦੀ ਵੀ ਬਟਾਲੇ ਹੋਈ ਸੀ ਤੇ ਪੱਖੋਗੇ ਰੰਧਾਵਾ ਮਹਾਰਾਜ ਆਏ ਗਏ ਸਨ ਤੇ ਮਹਾਰਾਜ ਜੀ ਦੀ ਮਹਿਮਾ ਤੇ ਹੁਣ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੀ। ਕਰਤਾਰਪੁਰ ਸਾਹਿਬ ਵਸਾਇਆ, ਇਹ ਵੀ ਸਭ ਜਾਣਦੇ ਸਨ। ਜਦੋਂ ਗੁਰੂ ਜੀ ਦਾ ਆਉਣਾ ਜਿਹੜੇ ਜਿਹੜੇ ਮਾਈ ਭਾਈ ਨੇ ਸੁਣਿਆ ਹੈ, ਦੌੜ ਦੌੜ ਦਰਸਹਿ ਸਭ ਕੋਈ, ਦੌੜ ਦੌੜ ਕੇ ਸਭ ਕੋਈ ਆਣ ਕੇ ਦਰਸ਼ਨ ਕਰਦੇ ਐ। ਜਿਤੀ ਭੇਟ ਸਿੱਧਨ ਕੀ ਆਨੀ, ਜਿੰਨੀ ਭੇਟਾ ਸਿੱਧਾਂ ਦੇ ਵਾਸਤੇ ਲਿਆਂਦੀ ਸੀ, ਉਹ ਜਿਹੜੇ ਉੱਥੇ ਆਏ ਸਨ। ਸਰਬ ਸਮਰਪਹਿ ਸ੍ਰੀ ਗੁਣ ਖਾਨੀ, ਗੁਣਾਂ ਦੀ ਖਾਨ ਸੋਭਾ ਵਾਲੇ ਸਤਿਗੁਰੂ ਜੀ ਅੱਗੇ ਆਨੰਦ ਸਮਰਪਣ ਕਰੀ ਜਾਂਦੇ, ਇੱਧਰ ਹੀ ਭੇਟਾ ਰੱਖੀ ਜਾਂਦੇ ਐ। ਭੀਰ ਭਾਈ ਪ੍ਰਭ ਪਾਸੋ, ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਸਾਰੀ ਲੋਕਾਂ ਦੀ ਭੀੜ ਹੋ ਗਈ। ਫਲ ਕੋ ਬੰਛ ਕਰਹਿ ਅਰਦਾਸੋ, ਮਨ ਜੋ ਮਨ ਦੀ ਮੁਰਾਦ ਹੁੰਦੀ ਹੈ ਵੀ ਸਿਰੇ ਚੜ ਜਾਵੇ, ਐਸੀ ਮਨ ਦੀ ਮੁਰਾਦ ਨੂੰ ਪੂਰੀ ਕਰਨ ਵਾਸਤੇ ਮਨ ਭਾਉਂਦੇ ਫਲ ਦੀ ਪ੍ਰਾਪਤੀ ਦੀ ਚਾਹਨਾ ਕਰਕੇ ਗੁਰੂ ਸਾਹਿਬ ਜੀ ਅੱਗੇ ਅਰਦਾਸਾਂ ਕਰਦੇ ਐ। ਖਰੋ ਹੋਨ ਕੋ ਥਾਏ ਨਾ ਪਾਵਹਿ, ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਤੇ ਇੰਨੀ ਭੀੜ ਹੋ ਗਈ, ਐਸਾ ਤਾਤਾ ਲੱਗ ਗਿਆ ਵੀ ਖੜੇ ਹੋਣ ਨੂੰ ਥਾਂ ਹੀ ਨਹੀਂ ਸੀ ਪਾ ਰਹੇ ਸੰਗਤ। ਬਦਨ ਬਿਲੋਕਹਿ ਔਰ ਹਰ ਖਾਵਹਿ, ਗੁਰੂ ਸਾਹਿਬ ਜੀ ਦਾ ਜਿਹੜਾ ਸੋਹਣਾ ਮੁਖ ਦੇ ਕੇ ਸਾਵਲ ਸੁੰਦਰ ਦਾ ਮਈਆ ਮੇਰਾ ਮਨ ਲਾਗਾ ਤੋਹੇ, ਇਵੇਂ ਗੁਰੂ ਸਾਹਿਬ ਜੀ ਦਾ ਸੋਹਣਾ ਸੁੰਦਰ ਦੇ ਕੇ ਮੁਖ ਦੇ ਕੇ ਹਿਰਦੇ ਵਿੱਚ ਬੜੇ ਖੁਸ਼ ਪ੍ਰਸੰਨ ਹੁੰਦੇ ਹੈ। ਆਪੋ ਵਿੱਚ ਹੀ ਕਹਿੰਦੇ ਵੀ ਅੱਜ ਦੇ ਧੰਨ ਭਾਗ ਹੋ ਗਏ, ਗੁਰੂ ਮਹਾਰਾਜ ਦੇ ਦਰਸ਼ਨ ਹੋ ਗਏ। ਪਹਿਲਾਂ ਵੀ ਆਉਂਦੇ ਰਹੇ, ਦੇਖੇ ਨਹੀਂ ਸਨ, ਐਵੇਂ ਰਹਿ ਗਏ ਸਾਂ, ਅੱਜ ਦੇਖ ਲਏ ਹੈ। ਬੜੇ ਪ੍ਰਸੰਨ ਹੁੰਦੇ ਹਿਰਦੇ ਵਿੱਚ ਮੁਖ ਦੇਖ ਦੇਖ ਕੇ। ਨਰ ਨਾਰੀ ਬਹੁ ਭੇਟ ਚੜਾਏ, ਨਰ ਨਾਰੀ ਕਹੀਏ ਮਾਈ ਭਾਈ ਨੇ ਬਹੁਤ ਭੇਟਾਂ ਚੜਾਈਆਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ। ਬੰਦਾਂ ਦੂਰ ਹਸਤੇ ਸਿਰ ਨਿਆਏ, ਜਿਨ੍ਹਾਂ ਨੂੰ ਥਾਂ ਨਹੀਂ ਮਿਲਦੀ ਹੈ ਮੱਥਾ ਟੇਕਣ ਨੂੰ, ਉਹ ਦੂਰੋਂ ਹੀ ਸਿਰ ਨਵਾ ਨਵਾ ਕੇ ਮੱਥੇ ਟੇਕਦੇ ਐ। ਦਰਸ਼ਨ ਕਰਤ ਨਾ ਤ੍ਰਿਪਤਹਿ ਕਾਸੇ, ਕਿਸੇ ਤਰ੍ਹਾਂ ਵੀ ਦਰਸ਼ਨ ਕਰ ਕਰਕੇ ਨਾ ਮਹਾਰਾਜ ਦਾ ਉਹ ਰੱਜਦੇ ਨਹੀਂ ਹਨ। ਰਿੰਦ ਚਕੋਰ ਚੰਦਰਮਾ ਜਾਸੇ, ਜਿਸ ਤਰ੍ਹਾਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਬਹੁਤੀਆਂ ਚਕੋਰਾਂ ਦੇਖਦੀਆਂ ਤੇ ਰੱਜਦੀਆਂ ਨੇ, ਪੁੱਠੀਆਂ ਹੋ ਕੇ ਪੈਂਦੀਆਂ, ਇਸੇ ਤਰ੍ਹਾਂ ਗੁਰੂ ਕੇ ਸਿੱਖ ਚਕੋਰਾਂ ਦੀ ਨਿਆਈ ਬਹੁਤੇ ਗੁਰੂ ਸਾਹਿਬ ਜੀ ਦਾ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਪ੍ਰਕਾਸ਼ਮਾਨ ਮੁਖ ਦੇਖ ਦੇਖ ਕੇ ਰੱਜਦੇ ਨਹੀਂ ਹਨ। ਪਾਇਨ ਪਾਸੋ ਪਾਇਨ ਪੂਰੀ, ਸਤਿਗੁਰੂ ਜੀ ਦੇ ਚਰਨਾਂ ਪਾਸ ਬੜੀਆਂ ਭੇਟਾਂ ਪਈਆਂ ਹੋਈਆਂ। ਭਾਈ ਅਨੇਕ ਬਿਦਨ ਕੀ ਰੋਰੀ, ਅਨੇਕਾਂ ਤਰ੍ਹਾਂ ਦੀਆਂ ਸੋਹਣੀਆਂ ਭੇਟਾਂ ਹੋ ਗਈਆਂ ਹਨ। ਕੋਏ ਨਾ ਗਮਨਿਓ ਸਿੱਧਨ ਪਾਸੋ, ਜਿੰਨੇ ਵੀ ਅਚਲ ਮੰਦਰ ਦੇ ਮੇਲੇ ਵਿੱਚ ਆਏ, ਸ਼ਿਵਰਾਤਰੀ ਦਾ ਮੇਲਾ ਮਨਾਉਣ, ਕੋਈ ਵੀ ਸਿੱਧਾ ਦੇ ਪਾਸ ਚੱਲ ਕੇ ਨਹੀਂ ਗਿਆ। ਬੈਠੇ ਦੇਖਤ ਮਿਟਿਓ ਹਲਾਸੋ, ਐਵੇਂ ਬੈਠੇ ਹੋਏ ਆ ਤੇ ਗੁਰੂ ਸਾਹਿਬ ਜੀ ਵੱਲ ਦੇਖਦੇ ਆ, ਦੇਖਦਿਆਂ ਬੈਠੇ ਹੋਏ ਦੇਖਦੇ, ਇਹਨਾਂ ਦਾ ਜਿਹੜਾ ਮਨ ਦਾ ਹੁਲਾਸ ਆਨੰਦ ਸੀ ਨਾ, ਖੇੜਾ ਸਭ ਮਿਟ ਗਿਆ, ਖਤਮ ਜਿਹਾ ਹੋ ਗਿਆ। ਮਨਤਾ ਤੇ ਨਿਰਾਸ ਮਨ ਮਾਹੀ, ਮਨ ਵਿੱਚ ਨਿਰਾਸ਼ ਜੇ ਹੋ ਗਏ ਮਨਤਾ ਤੋਂ, ਪੂਜਾ ਤੋਂ ਵੀ ਸਾਡੀ ਤੇ ਪੂਜਾ ਨਹੀਂ ਹੋ ਰਹੀ, ਮਨਤਾ ਨਹੀਂ ਹੋ ਰਹੀ, ਮਨ ਵਿੱਚ ਨਿਰਾਸ਼ੇ ਜੇ ਹੋ ਗਏ ਐ। ਏਕ ਪਾਇਨ ਪਹੁੰਚੀ ਨਾਹੀ, ਇਹਦੇ ਵੀ ਇੱਕ ਵੀ ਭੇਟਾ ਜਿਹੜੀ ਵੇਖ ਲਓ ਸਾਡੇ ਕੋਲ ਪਹੁੰਚੀ ਨਹੀਂ ਹੈ। ਮਨ ਖਨ ਸਾਏ ਸੋਗ ਬਹੁ ਧਾਰਾ, ਅੱਗੇ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਸੀ, ਅੱਜ ਇੱਕ ਵੀ ਭੇਟਾ ਪਹੁੰਚੀ ਨਹੀਂ ਹੈ। ਇਸ ਕਰਕੇ ਮਨ ਵਿੱਚ ਬੜੇ ਖੁਣਸਾ ਈਰਖਾ ਜੀ ਕੀਤੀ, ਸੋਗ ਗਮ ਜਿਹਾ ਧਾਰਿਆ ਇਹਨਾਂ ਨੇ। ਹੋਏ ਏਕ ਠਾ ਮਤੋ ਵਿਚਾਰਾ, ਇੱਕ ਥਾਂ ਇਕੱਠੇ ਹੋਏ ਐ,
ਉਪਚਾਰ ਜੀ ਕਰਨ ਵਾਸਤੇ ਸਲਾਹ ਜੀ ਕੀਤੀ ਇਹਨਾਂ। ਅਬ ਤੋ ਪੂਜਾ ਹਟੀ ਹਮਾਰੀ, ਆਓ ਹੁਣ ਤੇ ਸਾਡੀ ਜਿਹੜੀ ਪੂਜਾ ਮੰਨਤਾ ਨਾ ਉਹ ਤੇ ਹਟ ਹੁਟ ਗਈ ਹੈ। ਜੇ ਨਾ ਕਰਹੁ ਇਸ ਕੋ ਉਪਚਾਰੀ, ਜੇ ਆਪਾਂ ਇਹ ਮੰਨਤਾ ਪੂਜਾ ਦਾ ਕੋਈ ਉਪਚਾਰ ਨਾ ਕੀਤਾ, ਆ ਜਿਹੜਾ ਵੀ ਹੱਲ ਨਾ ਕੋਈ ਕੀਤਾ, ਯਤਨ ਨਾ ਕੀਤਾ, ਲੋਕ ਨਾ ਮੰਨਣਗੇ ਕਿਸ ਤੋਰਾ, ਕਿਸੇ ਵੀ ਤੌਰ ਤਰੀਕੇ ਨਾਲ ਫਿਰ ਨਹੀਂ ਲੋਕ ਸਾਨੂੰ ਮੰਨਣਗੇ। ਫਿਰ ਤੇ ਜਿਹੜਾ ਕੋਈ ਨਹੀਂ ਪੁੱਛੇਗਾ। ਜੇ ਨਾ ਕਰਹਾ ਮਿਲ ਕਾ ਇਸ ਹੋਰਾ, ਐਵੇਂ ਹੀ ਇਹ ਵੀ ਸਿੱਧ ਬਹੁਤੇ ਮਾੜੇ ਸਨ ਬੋਲੀ ਕਰਕੇ ਕਹਿੰਦੇ ਜੇ ਆਪਾਂ ਮਿਲ ਜੁਲ ਕੇ ਗੁਰੂ ਨਾਨਕ ਸਾਹਿਬ ਨੂੰ ਹੌਲਿਆ ਨਾ ਕੀਤਾ, ਮੈਨੂੰ ਲੱਜਤ ਨਾ ਕੀਤਾ, ਫਿਰ ਨਹੀਂ ਸਾਨੂੰ ਕੋਈ ਮੰਨੇ ਪੂਜੇਗਾ। ਅਬ ਮੇਲਾ ਹੈ ਪੂਰਨ ਭਾਰੀ, ਆ ਹੁਣ ਤੇ ਵੇਖੋ ਸ਼ਿਵਰਾਤਰੀ ਦਾ ਮੇਲਾ ਵੀ ਬੜਾ ਭਰਿਆ ਹੋਇਆ ਭਾਰੀ ਹੈ। ਇਸੇ ਲਜਾਵੋ ਕਿਸੂ ਪ੍ਰਕਾਰੀ, ਮੇਲਾ ਭਰਿਆ ਹੋਇਆ ਮੌਕਾ ਹੈਗਾ ਚੰਗਾ, ਕਿਸੇ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਸ਼ਰਮਿੰਦਤ ਕਰੀਏ ਗੁਰੂ ਨਾਨਕ ਸਾਹਿਬ ਨੂੰ। ਸ਼ਕਤ ਦਿਖਾਵੋ ਚਰਚਾ ਕਰੀਏ, ਭੰਗਰਨਾਥ ਵਰਗਾ ਤੜਿਆ ਜਾ ਬੋਲਿਆ, ਕਹਿੰਦਾ ਉਹ ਸ਼ਕਤੀਆਂ ਦਿਖਾਓ ਤਗੜੇ ਹੋ ਕੇ, ਫਿਰ ਗਿਆਨ ਚਰਚਾ ਵੀ ਕਰੀਏ ਨਾਲ ਇਹਨਾਂ ਦੇ। ਨਰਨ ਹਜ਼ੂਰ ਗਰਭ ਪਰ ਹਰੀਏ, ਜਿਹੜੇ ਵੀ ਆ ਲੋਕ ਇਕੱਠੇ ਹੋਏ ਨਾ ਢੇਰਾਂ ਦੇ ਢੇਰ, ਇਹਨਾਂ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦਾ ਹੰਕਾਰ ਨਾਸ ਕਰ ਦਈਏ ਅੱਜ। ਇਸ ਪ੍ਰਕਾਰ ਜਬ ਹੀ ਤੁਮ ਕਰਹੁ, ਇਸ ਤਰ੍ਹਾਂ ਨਾਲ ਜਦੋਂ ਵੀ ਤੁਸੀਂ ਕਰੋਗੇ, ਸ਼ਕਤੀਆਂ ਦਿਖਾਓਗੇ, ਹਰਾ ਦਿਓਗੇ, ਤੋ ਮਨਤਾ ਇੱਛਾ ਔਰ ਧਰਹੁ, ਤਾਂ ਜਿਹੜੀ ਮੰਨਤਾ ਨਾ ਪੂਜਾ ਦੀ ਇੱਛਾ ਤੁਸੀਂ ਹਿਰਦੇ ਵਿੱਚ ਧਾਰੋ। ਨ ਤੁਰ ਨਿਰਾਸ ਹੋਏ ਅਬ ਜਾਵਹੁ, ਨਹੀਂ ਤਾਂ ਨਿਰਾਸੇ ਜੇ ਹੋ ਕੇ ਕੋਈ ਆਸ ਨਾ ਰੱਖੋ ਤੇ ਇੱਥੋਂ ਚਲੇ ਜਾਓ ਆਪਣੀਆਂ ਖੱਲਾਂ ਜੀਆਂ ਚੁੱਕ ਕੇ। ਆਏ ਨਾ ਬੋਹਰੋ ਆਸਨ ਲਾਵਹੁ, ਫੇਰ ਨਾ ਅੱਗੇ ਦੇ ਆਸਨ ਦਾ ਸ਼ਿਵਰਾਤਰੀ ਦਾ ਵੀ ਮੇਲਾ ਸਾਡੇ ਗੋਰਖਨਾਥ ਦੇ ਜਨਮ ਦਿਹਾੜੇ ਦਾ, ਇੱਥੇ ਨਾ ਫਿਰ ਆਇਓ। ਜੇ ਤੇ ਹਰਾ ਦਿਓਗੇ ਤੇ ਠੀਕ ਹੈ, ਨਹੀਂ ਤੇ ਇੱਥੋਂ ਚਲੇ ਜਾਓ। ਮਤੋ ਸੁਨਤ ਅਸਮੰਗਲ ਨਾਥਾ, ਮਤਾ ਇਹ ਸਲਾਹ ਸੁਣ ਕੇ ਸਾਰੇ ਜਿਹੜੇ ਸੇਧੋ ਤੇ ਚੁੱਪ ਕੀਤੇ ਰਹੇ। ਮਤਾ ਸੁਣ ਕੇ ਇਹ ਜਿਹੜਾ ਐਸਾ ਮਤਾ ਸੁਣ ਕੇ ਮੰਗਲਨਾਥ ਜਿਹੜਾ ਬੜਾ ਗੁਰੂ ਸਾਹਿਬ ਜੀ ਦੀ ਸ਼ਰਧਾ ਰੱਖਦਾ ਸੀ, ਇਹ ਮੰਗਲਨਾਥ ਬੜਾ ਆਤਮ ਗਿਆਨੀ ਸਿਆਣਾ ਸੀ। ਸੀਖ ਦੇਨ ਬੋਲਿਓ ਸਭ ਸਾਥਾ, ਇਹ ਸਾਰਿਆਂ ਨੂੰ ਵਿਗੜਿਆਂ ਤਿਗੜਿਆਂ ਨੂੰ ਸਿੱਖਿਆ ਦੇਣ ਵਾਸਤੇ ਸਭ ਨਾਲ ਬੋਲਿਆ। ਪੂਰਬ ਤੁਮ ਚਰਚਾ ਕਰ ਹਾਰੇ, ਕਹਿੰਦਾ ਓਏ ਪਹਿਲਾਂ ਹੀ ਤੁਸੀਂ ਗਿਆਨ ਚਰਚਾ ਕਰਕੇ ਹਾਰੇ ਹੀ ਹੋ ਨਾ। ਅਨੇਕ ਭਾਂਤ ਕੀ ਸਖਤ ਦਿਖਾਰੇ, ਅਨੇਕਾਂ ਤਰ੍ਹਾਂ ਦੀਆਂ ਸ਼ਕਤੀਆਂ ਦਿਖਾਈਆਂ, ਕਿਸੇ ਨੇ ਮੁੰਦਰਾਂ ਡਾਈਆਂ, ਕਿਸੇ ਨੇ ਚਿੱਪੀਆਂ ਡਾਈਆਂ, ਕਿਸੇ ਨੇ ਸਵਾਰ ਡਾਈ, ਕਿਸੇ ਨੇ ਭੌੜੀਆਂ ਡਾਈਆਂ। ਸ਼ੇਰ ਬਣੇ ਹੋ, ਗਿੱਦੜ ਬਣੇ ਹੋ, ਪਹਿਲਾਂ ਵੀ ਤੇ ਅਨੇਕਾਂ ਤਰ੍ਹਾਂ ਦੀਆਂ ਸ਼ਕਤੀਆਂ ਤੁਸਾਂ ਦਿਖਾਈਆਂ ਹੀ ਹੈ ਨਾ। ਜਿਸ ਜਿਸ ਵਿਖੇ ਹੁਤੋ ਬਲ ਦੇਤਾ, ਜਿਸ ਜਿਸ ਵਿੱਚ ਵੀ ਜਿਸ ਤਰ੍ਹਾਂ ਦੀ ਤਾਕਤ ਬਲ ਹੈਗਾ ਸੀ, ਨਿਜ ਨਿਜ ਸਬਨ ਲਗਾਇਓ ਤੇਤਾ, ਜਿਸ ਜਿਸ ਵਿੱਚ ਜਿੰਨਾ ਜਿੰਨਾ ਬਲ ਹੈਗਾ ਸੀ ਉਹ ਤੁਸੀਂ ਆਪਣਾ ਆਪਣਾ ਸਭ ਨੇ ਲਾਇਆ ਸੀ ਉਹਨਾਂ ਪਹਿਲਾਂ ਵੀ। ਹਾਰ ਪਰੇ ਮੁਖ ਬੋਲੇ ਨਾਹੀ, ਵੇਖ ਲਓ ਉਦੋਂ ਵੀ ਤੁਸੀਂ ਹਾਰ ਕੇ ਹੰਬ ਗਏ, ਪੈ ਗਏ ਸੀ ਤੇ ਮੁੱਖੋਂ ਕੁਝ ਬੋਲੇ ਨਹੀਂ ਸੀ, ਤੁਹਾਨੂੰ ਗੱਲ ਹੀ ਨਹੀਂ ਸੀ ਆਈ। ਅਬ ਤਮ ਗਰਬਤ ਹੋ ਮਨ ਮਾਹੀ, ਤੇ ਤੁਹਾਨੂੰ ਲੱਗਦੀ ਨਹੀਂ ਹੈ ਤੇ ਮਨ ਵਿੱਚ ਤੁਸੀਂ ਫੇਰ ਬੇੜਾ ਜਿਹੜਾ ਬੜਾ ਗਰਬਤ ਹੰਕਾਰ ਜਾ ਕਰਦੇ ਹੋ। ਹਠ ਕੋ ਕਰਹੁ ਲਾਜ ਕੋ ਖੋਈ, ਤੁਸੀਂ ਹੱਠ ਨੂੰ ਕਰਦੇ ਹੋ, ਸ਼ਰਮ ਤੁਸਾਂ ਨੇ ਗਵਾਈ ਹੋਈ ਲਾਈ ਹੋਈ ਹੈ। ਜਾਂ ਵੀ ਹੱਠ ਕੋ ਕਰੋ, ਐਵੇਂ ਹੱਠ ਜੇ ਨੂੰ ਕਰਦੇ ਹੋ ਸ਼ਰਮ ਨੂੰ ਗਵਾ ਕੇ। ਤੁਮ ਤੇ ਹੋਰਾ ਹੋਏ ਨਾ ਜਾ, ਤੁਮ ਤੇ ਹੋਰਾ ਹੋਏ ਨਾ ਸੋਈ, ਮੈਂ ਤੇ ਤੁਹਾਨੂੰ ਸਿੱਧਾ ਹੀ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨਾ ਤੁਹਾਡੇ ਤੋਂ ਨਹੀਂ ਹੌਲੇ ਹੋ ਸਕਦੇ, ਤੁਹਾਡੇ ਤੋਂ ਸ਼ਰਮਿੰਦਤ ਨਹੀਂ ਹੋ ਸਕਦੇ। ਸੋ ਲੱਜਤ ਹੋਵੈ ਨਾ ਕਾਸੇ, ਕਿਸੇ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਨਹੀਂ ਸ਼ਰਮਿੰਦਤ ਹੋ ਸਕਦੇ। ਤੁਮ ਕੋ ਜੀਤਾ ਗੋਬਿੰਦ ਕਾਸੇ, ਮੈਂ ਤੁਹਾਨੂੰ ਪੱਕਾ ਹੀ ਕਹਿ ਦਿੰਦਾ, ਉਸੇ ਤਰ੍ਹਾਂ ਜਿਵੇਂ ਤੁਹਾਨੂੰ ਪਹਿਲਾਂ ਹਰਾਇਆ ਨਾ ਮਹਾਰਾਜ ਨੇ ਕਈ ਵਾਰ,
ਫਿਰ ਤੁਹਾਨੂੰ ਹਰਾ ਦੇਣਗੇ, ਤੁਹਾਨੂੰ ਜਿੱਤ ਲੈਣਗੇ। ਤੁਮ ਨਿਜ ਮਨਤਾ ਚਾਹੋ ਜੇ ਪਾਈ, ਜੇ ਤੁਸੀਂ ਆਪਣੀ ਮਨਤਾ ਪੂਜਾ ਪਾਉਣੀ ਚਾਹੁੰਦੇ ਹੋ, ਸਰਬ ਗਰਭ ਨਿਜ ਦੇਹੋ ਨਸਾਈ, ਆਪਣਾ ਸਾਰਾ ਜਿਹੜਾ ਹੰਕਾਰ ਉਹ ਤੁਸੀਂ ਗਵਾ ਦਿਓ, ਨਾਸ ਕਰ ਦਿਓ। ਵੈ ਅਨੁਸਾਰ ਮਿਲਹੁ ਅਬ ਤਾਹੀ, ਗੁਰੂ ਸਾਹਿਬ ਜੀ ਦੇ ਨਾਲ ਤੁਸੀਂ ਹੁਣ ਉਹਨਾਂ ਦੇ ਅਨੁਸਾਰੀ ਆਗਿਆ ਦੇ ਹੋ ਕੇ ਨਾ, ਆਗਿਆ ਅਨੁਸਾਰੀ ਹੋ ਕੇ ਮਿਲੋ, ਜਿਵੇਂ ਕੋਈ ਸੇਵਕ ਆਪਣੇ ਗੁਰੂ ਨੂੰ ਮਿਲਦਾ ਹੈ। ਪਾਓ ਜੇ ਕਿਛ ਚਾਹੋ ਮਨ ਮਾਹੀ, ਜੇ ਤੁਸੀਂ ਮਨ ਵਿੱਚ ਕੁਝ ਪਾਉਣਾ ਚਾਹੁੰਦੇ ਹੋ, ਸੁਨ ਕੈ ਭੰਗਰ ਨਾਥ ਖਿਜਾਵਾ, ਸੁਣ ਕੇ ਹੁਣ ਭੰਗਰ ਨਾਥ ਤੇ ਹੈ ਹੀ ਅੱਗ ਦਾ ਵਰੋਲਾ ਸੀ, ਇਹ ਸੁਣ ਕੇ ਬੜਾ ਖਿਜਿਆ। ਛੂਛੇ ਘਟ ਜਿਉ ਬਚਨ ਅਲਾਵਾ, ਗੁਰੂ ਅੰਗਦ ਦੇਵ ਸਾਹਿਬ ਜੀ ਜਿਵੇਂ ਖਾਲੀ ਘੜਾ ਹਵਾ ਦੇ ਨਾਲ ਘੂੰ ਘੂੰ ਜਿਹਾ ਕਰਦਾ ਹੈ ਨਾ, ਇਸੇ ਤਰ੍ਹਾਂ ਭਰਿਆ ਹੋਇਆ ਸੋ ਕਬਹੁ ਨਾ ਡੋਲੇ, ਕਹੋ ਕਬੀਰ ਛੂਛਾ ਘਟ ਬੋਲੇ। ਇਹ ਛੂਛਾ ਘੜਾ ਜਿਵੇਂ ਬਚਨ ਬੋਲਦਾ, ਇਵੇਂ ਬੋਲਿਆ ਖਿਜ ਕੇ। ਪੂਰਬ ਹੀ ਪੱਖੀ ਤਿਸ ਕੇਰਾ, ਉਹ ਮੰਗਲ ਨਾਥਾ ਤੈਨੂੰ ਤੇ ਬੜੇ ਚਿਰ ਦੇ ਵੇਂਦੇ ਉਹਨੇ, ਤੂੰ ਤੇ ਪਹਿਲਾਂ ਹੀ ਜਿਹੜਾ ਨਾ ਗੁਰੂ ਨਾਨਕ ਸਾਹਿਬ ਦਾ ਪੱਖੀ ਹੈ, ਪੱਖ ਕਰਦਾ, ਉੱਧਰ ਦੀ ਗੱਲ ਕਰਦਾ ਹੈ। ਕਰਤੋ ਰਹਿਓ ਵਿਪਰਜਾ ਚੇਰਾ, ਤੈਨੂੰ ਅਸੀਂ ਘੱਲਦੇ ਰਹੇ ਹਾਂ ਵੀ ਉਹਨਾਂ ਨਾਲ ਚਰਚਾ ਕਰਨੀ, ਝਗੜਾ ਕਰਨਾ, ਤੂੰ ਉਲਟਾ ਝਗੜਾ ਜਿਹੜਾ ਸਾਡੇ ਨਾਲ ਹੀ ਕਰਦਾ ਰਿਹਾ ਹੈ। ਆਪਣਾ ਪੰਥ ਛੋੜ ਤਾ ਦੀਨਾ, ਮੰਗਲ ਨਾਥਾ ਤੂੰ ਤੇ ਆਪਣਾ ਪੰਥ ਗੋਰਖਨਾਥ ਦੇ ਛੱਡ ਹੀ ਦਿੱਤਾ, ਯੋਗਾ ਅਭਿਆਸ ਕਰਨ ਵਾਲਾ। ਤਿਹ ਕੋ ਮਤੋ ਗ੍ਰਹਣ ਕਰ ਲੀਨਾ, ਤੇ ਗੁਰੂ ਨਾਨਕ ਸਾਹਿਬ ਦਾ ਹੀ ਮਤਾ ਜਿਹੜਾ ਪੰਥ ਤੂੰ ਗ੍ਰਹਿਣ ਕਰ ਲਿਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਕਰੀ ਜਾਣਾ, ਜੋਗ ਜੋਗ ਤੂੰ ਛੱਡ ਦਿੱਤਾ ਹੈ। ਕਿਸ ਬਿਦ ਤੇਰੋ ਕਹਿਓ ਨਾ ਮੰਨ, ਤੂੰ ਜੋ ਮਰਜ਼ੀ ਕਹਿ, ਕਿਸੇ ਤਰ੍ਹਾਂ ਵੀ ਕਿਹਾ ਹੋਇਆ ਸੀ ਨਹੀਂ ਤੇਰਾ ਮੰਨਣਾ। ਹਮ ਚਰਚਾ ਤਿਹ ਸੰਗ ਬਖਾਨਾ, ਅਸੀਂ ਤੇ ਜਿਹੜੀ ਗਿਆਨ ਚਰਚਾ ਨਾ ਗੁਰੂ ਨਾਨਕ ਸਾਹਿਬ ਨਾਲ ਕਰਾਂਗੇ, ਕਹਾਂਗੇ। ਤੁਝ ਦੇਖਤ ਹਮ ਲੇਵਹਿ ਜੀਤੀ, ਵੇਖ ਲਈ ਤੇਰੇ ਵੇਖਦਿਆਂ ਹੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਗਿਆਨ ਚਰਚਾ ਨਾਲ ਜਿੱਤ ਲਵਾਂਗੇ। ਤੋ ਨਿਸ਼ਚੈ ਔਰ ਆਏ ਪ੍ਰਤੀਤੀ, ਤਾਂ ਤੇਰੇ ਹਿਰਦੇ ਵਿੱਚ ਯਕੀਨ ਆਏਗਾ, ਤਾਂ ਤੈਨੂੰ ਭਰੋਸਾ ਆਏਗਾ, ਪ੍ਰਤੀਤੀ ਆਏਗੀ ਵੀ ਭੰਗਰਨਾਥ ਕਿੱਡਾ ਗਿਆਨੀ ਹੈ। ਆਸ ਕਹਿ ਕਰ ਗਮਨੇ ਦਿਸ ਤਾਹੀ, ਇਸ ਤਰ੍ਹਾਂ ਕਹਿ ਕਰਕੇ ਦਿਸ ਤਾਹੀ ਉਸ ਤਰਫ ਇਹ ਚਲੇ ਗਏ। ਪ੍ਰਭ ਟਿਗ ਭੀਰ ਹੋਤੀ ਬਹੁ ਜਾਹੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਬਹੁਤ ਹੀ ਭੀੜ ਇਕੱਠੀ ਹੋਈ ਪਈ ਸੀ। ਕਰਤ ਭਗਤੀਏ ਭਗਤ ਪ੍ਰਕਾਰਾ, ਉੱਥੇ ਜਿਹੜੇ ਭਗਤੀਏ ਰਾਸ ਪਾਉਣ ਵਾਲੇ ਐ, ਉਹ ਰਾਸ ਪਾਉਣੀ ਕਰ ਰਹੇ ਸਨ ਤਰ੍ਹਾਂ ਤਰ੍ਹਾਂ ਦੀ। ਰਾਧਾ ਕ੍ਰਿਸ਼ਨ ਵੇਖ ਤਨ ਧਾਰਾ, ਕਿਸੇ ਨੇ ਰਾਧਾ ਜਿਹੜੇ ਕ੍ਰਿਸ਼ਨ ਭਗਵਾਨ ਦੀ ਗੋਪੀਆਂ ਸਨ, ਕਿਸੇ ਨੇ ਰਾਧਾ ਦਾ ਭੇਖ ਸਰੀਰ ਤੇ ਧਾਰਿਆ, ਕੋਈ ਰਾਧਾ ਬਣੀ ਹੋਈ ਹੈ, ਕੋਈ ਕ੍ਰਿਸ਼ਨ ਦਾ ਭੇਖ ਧਾਰਿਆ ਹੈ, ਕੋਈ ਕ੍ਰਿਸ਼ਨ ਬਣੀ ਬੈਠਾ ਹੈ। ਕੌਤਕ ਹੋਵਤ ਗੁਰੂ ਅਗਾਰੀ, ਗੁਰੂ ਸਾਹਿਬ ਜੀ ਅੱਗੇ ਰਾਸ ਧਾਰੀਆਂ ਜਿਹੜੇ ਰਾਸ ਪਾ ਰਹੇ ਸਨ, ਬੜਾ ਤਕੜਾ ਹੀ ਕੌਤਕ ਤਮਾਸ਼ਾ ਹੋ ਰਿਹਾ ਸੀ। ਦਿਖਾ ਤਮਾਸ਼ਾ ਬਹੁ ਨਰ ਨਾਰੀ, ਇਹ ਰਾਸ ਧਾਰੀਆਂ ਦੀ ਰਾਸ ਨੂੰ ਬਹੁਤ ਮਾਈਆਂ ਬੀਬੀਆਂ ਮਰਦ ਐਵੇਂ ਇਕੱਠੇ ਹੋ ਕੇ ਤਮਾਸ਼ਾ ਦੇਖ ਰਹੇ ਸਨ। ਉਹ ਸ਼ਿਵਰਾਤਰੀ ਦੇ ਮੇਲੇ ਤੇ ਅਧਿਕ ਭੀੜ ਭਰ ਰਹੀ ਚਫੇਰੇ, ਬਹੁਤ ਹੀ ਭੀੜ ਜਿਹੜੀ ਚਾਰ ਚਫੇਰੇ ਸਤਿਗੁਰ ਜੀ ਦੇ ਤੇ ਇੱਧਰ ਰਾਸਧਾਰੀਆਂ ਦੇ ਚਾਰ ਚਫੇਰੇ ਭਰੀ ਹੋਈ ਸੀ। ਖਰੇ ਹੋਣ ਕੋ ਥਾ ਨਾ ਹੇਰੇ, ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਤੇ ਇੰਨਾ ਹੀ ਭੀੜ, ਇੰਨਾ ਹੀ ਤਾਂਤਾ ਲੱਗਾ ਹੋਇਆ ਸੀ ਵੀ ਖੜੇ ਹੋਣ ਨੂੰ ਥਾਂ ਨਹੀਂ ਸੀ ਦੇਖਿਆ ਜਾ ਰਿਹਾ। ਲక్ష్ਮੀ ਬਰਖ ਰਹੀ ਤਹ ਭਾਰੀ, ਉੱਥੇ ਰਾਸ ਧਾਰੀਆਂ ਦੇ ਅੱਗੇ ਜਿਹੜੀ ਲక్ష్ਮੀ ਹੈ ਬਹੁਤ ਵਰਖ ਰਹੀ ਸੀ, ਲੋਟਾ ਭਰੀ ਜਾ ਰਿਹਾ ਸੀ, ਪੈਸੇ ਰੱਖੀ ਜਾਂਦੇ ਸਨ। ਇੱਕ ਪਾਸੇ ਗੁਰੂ ਸਾਹਿਬ ਜੀ ਅੱਗੇ ਲక్ష్ਮੀ ਬੜੀ ਵਰਖ ਰਹੀ ਸੀ। ਸਰਬ ਦੇਤ ਕਰ ਚਿਤ ਉਦਾਰੀ, ਚਿੱਤ ਵਿੱਚ ਸਖੀ ਦਾਤੇ ਹੋ ਕੇ ਖੁੱਲ ਦਿਲੀ ਨਾਲ ਹੋ ਕੇ ਨਾ ਤੇ ਸਾਰੇ ਭੇਟਾਵਾਂ ਮਾਇਆ ਦੇ ਰਹੇ ਸਨ। ਅਸ ਮਹਿਮਾ ਕੋ ਪੇਖ ਖਨਸਾਏ, ਐਸੀ ਮਹਿਮਾ ਨੂੰ ਦੇਖ ਕੇ ਸਤਿਗੁਰ ਜੀ ਦੀ ਵੀ ਬੜੀ ਭੇਟਾ ਚੜ੍ਹ ਰਹੀ, ਮਾਇਆ ਚੜ੍ਹ ਰਹੀ, ਭੇਟਾ ਚੜ੍ਹ ਰਹੀ ਹੈ। ਤੇ ਇੱਕ ਪਾਸੇ ਵੀ ਇਧਰ ਰਾਸਧਾਰੀਆਂ ਨੂੰ ਬੜਾ ਪੈਸਾ ਵਰ ਰਿਹਾ ਹੈ,
ਐਸੀ ਮਹਿਮਾ ਜਾਣ ਕੇ ਤੇ ਜੋਗੀ ਸਿੱਧ ਜਿਹੜੇ ਆ ਇਸ ਭੰਗਰਨਾਥ ਹੋਣੀ ਬੜੇ ਗੁੱਸੇ ਜਿਹੇ ਆਏ ਐ, ਈਰਖਾਲੂ ਜੇ ਹੋਏ ਐ। ਜਰੀ ਨਾ ਜਾਏ ਜਰੇ ਪਛਤਾਏ। ਗੁਰੂ ਸਾਹਿਬ ਜੀ ਦੀ ਮਹਿਮਾ ਨਾ ਕੋ ਜਰੀ ਨਹੀਂ ਸਹਾਰੀ ਨਹੀਂ ਜਾਂਦੀ ਤੇ ਬੜੇ ਸੜ ਮੱਚ ਗਏ ਤੇ ਪਛਤਾਏ ਐ। ਪਾਵਕ ਜਿਸ ਪ੍ਰਕਾਰ ਕ੍ਰਿਤ ਪਰਸੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਜਿਸ ਤਰ੍ਹਾਂ ਅੱਗ ਦੇ ਨਾਲ ਘਿਓ ਛੋ ਜਾਵੇ, ਘਿਓ ਪੈ ਜਾਵੇ ਉੱਪਰ, ਸਿੱਧਨ ਰਿਸ ਬ੍ਰਿਧੀ ਤਪ ਸਰਸੇ। ਸਿੱਧਾਂ ਦਾ ਕ੍ਰੋਧ ਵੀ ਇਸੇ ਤਰ੍ਹਾਂ ਹੋਰ ਬਹੁਤਾ ਵਧਿਆ, ਜਿਵੇਂ ਘਿਓ ਦੇ ਉੱਪਰ, ਜਿਵੇਂ ਅੱਗ ਦੇ ਉੱਪਰ ਘਿਓ ਪੈ ਜਾਵੇ ਤੇ ਅੱਗ ਸਗੋਂ ਹੀ ਲਟ ਲਟ ਕਰਦੀ ਹੈ। ਇਹ ਸਿੱਧਨਾਥ ਸਮਝ ਲਓ ਵੀ ਅੱਗ ਹੀ ਸਨ ਤੇ ਘਿਓ, ਗੁਰੂ ਦੀ ਮਹਿਮਾ ਘਿਓ ਹੀ ਸੀ, ਉਹ ਜਰ ਨਹੀਂ ਸਕੇ, ਪੈ ਗਈ ਇਹਨਾਂ ਦੇ ਉੱਪਰ ਵੇਖ ਕੇ ਤੇ ਮੱਚ ਗਏ। ਲਟ ਲਟ ਕਰਦਾ ਗੁੱਸਾ ਵਧਿਆ ਬਹੁਤਾ। ਨਿਰਤਕ ਨਿਕਟ ਜੋ ਲੋਟਾ ਹੋਈ। ਨੱਚਣ ਵਾਲਿਆਂ ਦੇ ਕੋਲ ਇਹ ਜਿਹੜੇ ਨਿਰਤਕਾਰੀ ਕਰ ਰਹੇ ਸਨ, ਨਾਟਕ ਚੇਟਕ ਰਾਸ ਧਾਰੀਏ, ਇਹਨਾਂ ਦੇ ਕੋਲ ਜੋ ਮਾਇਆ ਦਾ ਲੋਟਾ ਹੈਗਾ ਸੀ, ਉਹ ਤਾਂ ਦਰਬ ਸੋ ਪੂਰਨ ਸੋਈ। ਉਹ ਪੈਸਿਆਂ ਨਾਲ ਐ ਲਬਾ ਲਬ ਨਕਾ ਨੱਕ ਭਰਿਆ ਹੋਇਆ ਸੀ। ਭੰਗਰਨਾਥ ਗੁਪਤ ਤਬ ਹੋਇਆ ਕਾ। ਭੰਗਰਨਾਥ ਨੂੰ ਬੜਾ ਗੁੱਸਾ ਸੀ, ਕਹਿੰਦਾ ਵੀ ਲੋਟੇ ਦਾ ਸਿਆਪਾ ਪਿਆ, ਇਹਨੂੰ ਲੋਟਾ ਨਿਬੇੜੀਏ ਪਹਿਲਾਂ। ਭੰਗਰਨਾਥ ਉਸ ਵੇਲੇ ਆਪਣੀ ਸ਼ਕਤੀ ਸਿੱਧੀ ਦੇ ਰਾਹੀਂ ਗੁਪਤ ਜਿਹਾ ਹੋ ਕੇ ਕਹੋ ਦਰਾਇਓ ਲੋਟਾ ਲੈ ਕੇ। ਲੋਟਾ ਲੈ ਕੇ ਕਿਸੇ ਪਾਸੇ ਉਹਨੇ ਛੁਪਾ ਦਿੱਤਾ। ਨਿਰਤਕ ਨਿਕਟ ਪਿਖਿਓ ਸੋ ਨਾਹੀ। ਨਿਰਤਕ ਜਿਹੜੇ ਰਾਸ ਧਾਰੀਏ, ਇਹ ਰਾਸ ਲੀਲਾ ਜੀ ਕਰ ਰਹੇ ਸਨ, ਰਾਸ ਪਾ ਰਹੇ ਸਨ। ਨਿਰਤਕ ਨਿਕਟ ਪਿਖਿਓ ਸੋ ਨਾਹੀ, ਜਿਹੜਾ ਨਿਰਤਕਾਰੀ ਕਰਨ ਵਾਲੇ ਜਦੋਂ ਕੋਲ ਇਹਨਾਂ ਨੇ ਲੋਟਾ ਨਹੀਂ ਦੇਖਿਆ, ਬਿਸਰੀ ਭਗਤ ਚਰਤ ਔਰ ਮਾਹੀ। ਇਹਨਾਂ ਨੂੰ ਤੇ ਰਾਸ ਹੀ ਭੁੱਲ ਗਈ ਹੈ ਵਿਚਾਰੇ, ਹਿਰਦੇ ਵਿੱਚ ਬੜੇ ਝੂਰਦੇ ਵੀ ਲੋਟਾ ਕਿੱਥੇ ਚਲਾ ਗਿਆ, ਹੁਣੇ ਇੱਥੇ ਹੀ ਸੀ। ਕਹਿਣ ਲੱਗੇ ਲੋਟਾ ਕਿਨ ਲੀਨਾ। ਕਹਿਣ ਲੱਗੇ ਓਏ ਲੋਟਾ ਕਿੰਨੇ ਲੈ ਲਿਆ ਪੈਸਾ ਵਾਲਾ, ਲੋਟਾ ਕੌਣ ਚੁੱਕ ਕੇ ਲੈ ਗਿਆ ਇੱਥੋਂ। ਖੋਜਤ ਭਏ ਰੋਰ ਵੱਡ ਕੀਨਾ। ਸਾਰਿਆਂ ਨੂੰ ਇਹਨਾਂ ਨੂੰ ਰਾਜ ਹੀ ਭੁੱਲ ਗਈ ਹੈ ਤੇ ਖੋਜਣ ਲੱਗੇ ਆ, ਰੌਲਾ ਬੜਾ ਕੀਤਾ, ਲੋਟਾ ਨਹੀਂ ਲੱਭ ਰਿਹਾ, ਲੋਟਾ ਨਹੀਂ ਲੱਭ ਰਿਹਾ। ਸਿੱਧਨ ਮਦ ਸਰ ਧਰ ਕੀ ਖਾਮੀ। ਇੱਧਰ ਸਤਿਗੁਰੂ ਜੀ ਨੇ, ਅੰਤਰਜਾਮੀ ਮਹਾਰਾਜ ਜੀ ਨੇ ਜਾਣ ਲਿਆ ਵੀ ਇਹ ਜਿਹੜਾ ਭੰਗਰਨਾਥ ਹੈ ਨਾ, ਈਰਖਾਲੂ, ਇਹਨੇ ਹੀ ਕਚਿਆਈ ਕੀਤੀ ਹੈ, ਇਹਨੇ ਹੀ ਆ ਜਿਹੜੀ ਹੈ ਨਾ ਕੀਤੀ ਹੈ ਬੇਈਮਾਨੀ। ਸਰਬ ਜਾਣ ਕਰ ਅੰਤਰਯਾਮੀ। ਇਸ ਨੇ ਅਖੋਟ ਕੀਤਾ, ਭੰਗਰਨਾਥ ਨੇ ਸਿੱਧਾਂ ਦੇ ਕੰਮ ਹੈ, ਈਰਖਾ ਧਾਰ ਕੇ ਕੁਝ ਕੀਤਾ। ਅੰਤਰਜਾਮੀ ਸਤਿਗੁਰੂ ਜੀ ਨੇ ਸਾਰਾ ਕੁਝ ਜਾਣ ਕੇ ਲੋਟਾ ਦਵੈ ਸਤ ਕੋਸ ਪਜਾਇਓ। ਤੇ ਭੰਗਰਨਾਥ ਨੇ ਲੋਟਾ ਜਿਹੜਾ ਫੜ ਕੇ ਨਾ 200 ਕੋਹ ਦੂਰ ਪਹੁੰਚਾ ਦਿੱਤਾ। ਇੱਥੇ 200 ਕੋਹ ਲਿਖਿਆ ਹੋਇਆ ਹੈ। ਭਾਈ ਮਣੀ ਸਿੰਘ ਜੀ ਨੇ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੋਇਆ ਵੀ 7ਵੇਂ ਆਕਾਸ਼ ਵਿੱਚ ਲੋਟਾ ਪਹੁੰਚਾ ਦਿੱਤਾ ਸੀ ਸ਼ਕਤੀ ਸਿੱਧੀ ਨਾਲ ਭੰਗਰਨਾਥ ਨੇ। ਨਭ ਮੈਂ ਕਰਕੇ ਸ਼ਕਤ ਟਿਕਾਇਓ। ਆਕਾਸ਼ ਮਹਾਰਾਜ ਜੀ ਨੇ ਜਾਣ ਲਿਆ ਵੀ ਭੰਗਰਨਾਥ ਨੇ ਸ਼ਕਤੀ ਨਾਲ ਆਪਣੀ ਸ਼ਕਤੀ ਜੀ ਕਰਕੇ ਆਕਾਸ਼ ਵਿੱਚ ਲੋਟਾ ਜਿਹੜਾ ਟਿਕਾ ਦਿੱਤਾ, ਛਪਾ ਦਿੱਤਾ ਹੈ। ਸ੍ਰੀ ਗੁਰ ਬਿਨਾ ਬਿਲਮ ਤਹ ਜਾਈ। ਸਤਿਗੁਰੂ ਹੁਣ ਅਨੰਤ ਕਲਾ ਲੈ ਠਾਕਰ ਚੜਿਆ, ਸਿੱਧਾਂ ਦੀ ਸ਼ਕਤੀ 'ਚ ਇਹਦੇ ਕਿਣਕੇ ਮਾਤਰ ਵੀ ਨਹੀਂ ਹੈ। ਟਟੈਣੇ, ਇਹ ਟਟੈਣੇ ਵਾਂਗ ਹੈ, ਟਟੈਣੇ ਵੀ ਨਹੀਂ ਹੈ ਗੁਰੂ ਸਾਹਿਬ ਜੀ ਅੱਗੇ। ਤੇ ਗੁਰੂ ਸਾਹਿਬ ਜੀ ਹੁਣ ਬਿਨਾਂ ਦੇਰੀ ਤੋਂ ਹੀ ਉੱਥੇ ਜਾ ਕੇ 7ਵੇਂ ਆਕਾਸ਼ ਵਿੱਚ ਹੱਥ ਉਠਾਏ ਦੀਨ ਤਿਹ ਤਾਈ। ਹੱਥ ਨਾਲ ਲੋਟੇ ਨੂੰ ਉਠਾ ਕੇ ਤੇ ਰਾਸ ਧਾਰੀਆਂ ਦੇ ਤਾਈ ਦੇ ਦਿੱਤਾ। ਦੇਖ ਅਜ਼ਮਤ ਪੁਨ ਸਿੱਧ ਰਸਾਏ। ਗੁਰੂ ਸਾਹਿਬ ਜੀ ਦੀ ਏਡੀ ਤਗੜੀ ਤਾਕਤ ਦੇਖ ਕੇ ਭੰਗਰਨਾਥ ਵਰਗੇ ਸਿੱਧ ਬੜੇ ਕ੍ਰੋਧੀ ਹੋਏ, ਗੁੱਸੇ ਵਿੱਚ ਆਏ। ਚਰਚਾ ਹੇਤ ਨਿਕਟ ਚਲ ਆਏ। ਚਰਚਾ ਕਰਨ ਵਾਸਤੇ ਗੁਰੂ ਸਾਹਿਬ ਦੇ ਪਾਸ ਚੱਲ ਕੇ ਆ ਗਏ। ਇਹ ਫਿਰ ਲੱਗ ਪਏ ਤਾਂ ਠਾਂ ਹੋਣ, ਮਹਾਰਾਜ ਜੀ ਨੂੰ ਬੋਲਣ ਲੱਗ ਪਿਆ ਭੰਗਰਨਾਥ ਆ ਕੇ। ਭਾਈ ਗੁਰਦਾਸ ਜੀ ਨੇ ਲਿਖਿਆ ਇੱਥੇ ਕਿ ਮੇਲਾ ਸੁਣ ਸਿਵ ਰਾਤ ਦਾ ਬਾਬਾ ਅਚਲ ਬਟਾਲੇ ਆਈ। ਦਰਸ਼ਨ ਵੇਖਣ ਕਾਰਨ ਸਗਲੀ ਉਲਟ ਪਈ ਲੋਕਾਈ। ਵੀ ਗੁਰੂ ਸਾਹਿਬ ਜੀ ਜਦੋਂ ਬੈਠੇ ਆ ਚਲ ਬਟਾਲੇ ਆ ਕੇ ਦਰਸ਼ਨ ਕਰਨ ਵਾਸਤੇ ਸਾਰੀ ਜਿਹੜੀ ਨਾ
ਲੁਕਾਈ ਹੈ। ਲੋਕ ਆਏ ਸੀ ਮੇਲਾ ਦੇਖਣ, ਸਿੱਧਾਂ ਦੀ ਪੂਜਾ ਕਰਨ ਵਾਲੇ, ਉਹ ਉਲਟ ਕੇ ਇੱਧਰ ਆ ਗਏ, ਮਹਾਰਾਜ ਚਰਨਾਂ ਵਿੱਚ ਆ ਕੇ ਇੱਧਰ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਲੱਗੀ ਬਰਸਣ ਲక్ష్ਮੀ, ਰਿੱਧ ਸਿੱਧ ਨੌ ਨਿਧ ਸਵਾਈ। ਨੌ ਨਿਧੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਗੁਰੂ ਸਾਹਿਬ ਜੀ, ਅਤੇ ਉੱਥੇ ਦੇ ਲక్ష్ਮੀ ਜਿਹੜੀ ਮਾਇਆ ਵਰਸਣ ਲੱਗੀ ਬੇਅੰਤ ਬੇਅੰਤੀ। ਜੋਗੀ ਵੇਖ ਚਲਿੱਤਰਨੋ, ਮਨ ਵਿੱਚ ਰਿਸਕ ਘਨੇਰੀ ਖਾਈ। ਜੋਗੀ ਇਹ ਕੌਤਕ ਵੇਖ ਕੇ ਵੀ ਅੱਜ ਦੇ ਦਿਨ ਤੇ ਸਾਡੇ ਅੱਗੇ ਢੇਰਾਂ ਦੇ ਢੇਰ ਪਏ ਹੁੰਦੇ ਆ, ਅਤੇ ਅੱਜ ਕੱਖ ਵੀ ਨਹੀਂ ਆ ਰਿਹਾ। ਇਹ ਕਾਰਨ ਕੀ ਹੈ? ਜਦੋਂ ਵੇਖੀ ਭੀੜ ਵੀ ਉੱਧਰ ਲੱਗੀ ਹੋਈ ਹੈ ਅਤੇ ਗੁਰੂ ਨਾਨਕ ਸਾਹਿਬ ਆਏ ਬੈਠੇ ਹੈ। ਅਤੇ ਜੋਗੀ ਵੇਖ ਕੇ ਜਿਹੜੇ ਇਹਨਾਂ ਚਲਿੱਤਰਾਂ ਨੂੰ, ਕੌਤਕਾਂ ਨੂੰ ਮਨ ਵਿੱਚ ਬੜੀ ਰਿਸਕ ਗੁੱਸਾ ਜਿਹਾ ਖਾਧਾ ਹੈ ਨਾ। ਅਤੇ ਇੱਧਰ ਭਗਤੀਏ ਜਿਹੜੇ ਰਾਸ ਪਾਉਣ ਵਾਲੇ ਉਹ ਵੀ ਆਏ ਹੋਏ ਸੀ। ਕੋਈ ਰਾਧਾ ਕ੍ਰਿਸ਼ਨ ਬਣਿਆ ਹੋਇਆ, ਅਤੇ ਭਾਈ ਗੁਰਦਾਸ ਜੀ ਲਿਖਦੇ, ਭਾਈ ਭਗਤੀਆ ਪਾਈ ਭਗਤ ਆਨ। ਭਗਤੀਆਂ ਨੇ ਆ ਕੇ ਇੱਥੇ ਭਗਤ ਪਾਈ, ਭਾਵ ਰਾਸ ਪਾਈ। ਲੋਟਾ ਜੋਗੀ ਲੈ ਛਪਾਈ। ਭੰਗਰ ਨਾਥ ਨੂੰ ਬੜਾ ਗੁੱਸਾ ਚੜਿਆ ਜਦੋਂ ਲੋਟਾ ਇੱਧਰ ਵੀ ਭਰਨਾ ਸ਼ੁਰੂ ਹੋਇਆ, ਅਤੇ ਜੋਗੀ ਭੰਗਰ ਨਾਥ ਨੇ ਲੋਟਾ ਛਪਾ ਲਿਆ। ਭਗਤੀਆਂ ਗਈ ਭਗਤ ਭੁੱਲ, ਇਹ ਰਾਸ ਧਾਰੇ ਨੂੰ ਭੁੱਲ ਗਈ ਰਾਸ, ਵੀ ਸਾਡਾ ਲੋਟਾ ਕਿੱਥੇ ਚਲਾ ਗਿਆ। ਲੋਟੇ ਅੰਦਰ ਸੁਰਤ ਭਲਾਈ, ਲੋਟੇ ਦੇ ਅੰਦਰ ਇਹਨੂੰ ਸੁਰਤ ਭਲਾ ਦੀ ਰੌਲਾ ਪੈ ਗਿਆ। ਲੋਟਾ ਕੌਣ ਚੁੱਕ ਕੇ ਲੈ ਗਿਆ, ਕੌਣ ਲੈ ਗਿਆ ਲੋਟਾ ਇੱਥੋਂ। ਅਤੇ ਇੱਧਰ ਗੁਰੂ ਨਾਨਕ ਸਾਹਿਬ ਸਾਰਾ ਦੇਖ ਰਹੇ ਸਨ। ਅੰਤਰਜਾਮੀ ਗੁਰੂ ਨੇ ਜਾਣ ਲਿਆ, ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ। ਜਾਣੀ ਜਾਣ ਸਤਿਗੁਰੂ ਜੀ ਨੇ ਦੇਖ ਲਿਆ, ਜਾਣ ਲਿਆ ਵੀ ਲੋਟਾ ਦੇ ਭੰਗਰ ਨਾਥ ਨੇ ਸ਼ੈਤਾਨੀ ਕਰਕੇ ਸਤਵੇਂ ਆਕਾਸ਼ 'ਚ ਚਾੜਿਆ ਹੋਇਆ ਹੈ, ਜਿਸ ਕਰਕੇ ਮਹਾਰਾਜ ਨੇ ਕੱਢਿਆ ਲੋਟਾ ਜਹਾਂ ਲੁਕਾਈ। ਜਿੱਥੇ ਸਤਵੇਂ ਆਕਾਸ਼ 'ਚ ਲੁਕਾਇਆ ਸੀ, ਲੋਟਾ ਕੱਢ ਲਿਆ। ਵੇਖ ਚਲਿੱਤਰ ਜੋਗੀ ਖੁਣਸਾਈ। ਗੁਰੂ ਸਾਹਿਬ ਜੀ ਦੇ ਐਸੀ ਮਹਿਮਾ ਕੌਤਕ ਵਡਿਆਈ ਸ਼ਕਤੀ ਦੇ ਕੇ ਜੋਗੀਆਂ ਨੂੰ ਫਿਰ ਈਰਖਾ ਜਾਗੀ। ਜਦੋਂ ਈਰਖਾ ਜਾਗੀ, ਫਿਰ ਚਰਚਾ ਹਿਤ ਨਿਕਟ ਚੱਲ ਆਏ। ਗਿਆਨ ਚਰਚਾ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਸ ਚੱਲ ਕੇ ਆ ਗਏ। ਫਿਰ ਜਿਵੇਂ ਭੰਗਰ ਨਾਥ ਲੱਗ ਪਿਆ ਬੋਲਣ ਉਲਟਾ ਸਿੱਧਾ ਮਹਾਰਾਜ ਜੀ ਨੂੰ, ਵੀ ਉੱਚੇ ਜੋਗੀ ਭੰਗਰ ਨਾਥ, ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ? ਤੁਸੀਂ ਕੀ ਦੁੱਧ ਵਿੱਚ ਕਾਂਜੀ ਪਾਤੀ? ਇੱਥੇ ਆ ਕੇ ਐਵੇਂ ਭੰਗਰ ਨਾਥ ਬੋਲਦਾ। ਫਿਰ ਮਹਾਰਾਜ ਜਿਵੇਂ ਨੂੰ ਜਵਾਬ ਦਿੰਦੇ ਆ, ਉਹ ਆਪਾਂ ਪ੍ਰਸੰਗ ਕੱਲ੍ਹ ਸਰਵਣ ਕਰਾਂਗੇ। ਭਾਈ ਗੁਰਦਾਸ ਜੀ ਨੇ ਸਪਸ਼ਟ ਆਪਣੀ ਵਾਰ ਪਹਿਲੀ ਵਾਰ ਵਿੱਚ ਹੀ ਲਿਖਿਆ ਹੋਇਆ। ਕਵੀ ਸਾਹਿਬ ਜੀ ਨੇ ਉੱਥੋਂ ਹੀ ਇਹ ਜਿਹੜਾ ਲੱਥਾ ਕਰਕੇ ਲਿਖਿਆ ਹੋਇਆ ਪ੍ਰਸੰਗ, ਜਾਂ ਜੋ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਜਿਹੜਾ ਲੱਥਾ ਅਨੁਵਾਦ ਟੀਕਾ ਭਾਈ ਮਣੀ ਸਿੰਘ ਜੀ ਨੇ ਕੀਤਾ, ਉਹਦੇ ਵਿੱਚੋਂ ਕਵੀ ਸਾਹਿਬ ਜੀ ਨੇ ਲੈ ਕੇ ਪ੍ਰਸੰਗ ਲਿਖਿਆ ਹੋਇਆ। ਅੱਗੇ ਜਿਵੇਂ ਕਥਾ ਵਿਚਾਰ ਆਵੇਗੀ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸ੍ਰੀ ਗੁਰ ਬਿਨਾ ਬਿਲਮ ਤਹ ਜਾਏ, ਹਾਥ ਉਠਾਏ ਦੀਨ ਤਿਹ ਤਾਏ। ਪੇਖ ਅਜ਼ਮਤ ਪਨ ਸਿੱਧ ਰਸਾਏ, ਚਰਚਾ ਹੇਤ ਨਿਕਟ ਚਲ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।